voice of real estate in HD format. So please feel free to check us out. And we are also going to go live in a second on TikTok. So we are live on TikTok, we are live on IPTV, we are live on YouTube channels, and we are going to be live on Facebook group as well. And yes, we are live there. Feel free to interact with us, tell us your concerns, and we would be more than happy to answer them. Today we will have our guest from the immigration side, Gurleen Aujla. Our company name is Four-Way Immigration, and they are located at Highway 10 here in Ontario and Resl, very close to the Brampton courts. Well, before we go forward, ਅਸੀਂ ਸਾਰੇ ਬੰਦਿਆਂ ਨੂੰ ਜਿਹੜੇ ਸਾਡੇ ਪ੍ਰੋਗਰਾਮ ਦੇਖ ਰਹੇ ਆ, ਭੈਣਾਂ ਭਰਾਵਾਂ ਵੱਡਿਆਂ ਛੋਟਿਆਂ ਨੂੰ, ਅਸੀਂ ਉਹਨਾਂ ਨੂੰ ਮੁਬਾਰਕਬਾਦ ਦੇਣੀ ਚਾਹਾਂਗੇ। ਜੇ ਤੁਸੀਂ ਅੱਜ ਆਪਣਾ ਜਨਮ ਦਿਨ ਮਨਾ ਰਹੇ ਹੋ, ਆਪਣੀ ਐਨੀਵਰਸਰੀ ਮਨਾ ਰਹੇ ਹੋ, ਤੁਹਾਡੇ ਘਰ ਦੇ ਵਿੱਚ ਕੋਈ ਵਾਧਾ ਹੋਇਆ, ਪਰਿਵਾਰ ਦਾ ਜੀ ਤੁਹਾਡੇ ਵਧਿਆ, ਜੇ ਤੁਸੀਂ ਆਪਣਾ ਘਰ ਖਰੀਦ ਕੇ ਉਹਦੀ ਕਲੋਜ਼ਿੰਗ ਕਰਾ ਲਿੱਤੀ ਹੈ, ਜਾਂ ਫਿਰ ਤੁਸੀਂ ਆਪਣੀ ਆਮਦਨ ਨੂੰ ਇੱਕ ਢੁਕਵੀਂ ਇੰਸ਼ੋਰੈਂਸ ਪਾਲਿਸੀ ਲੈ ਕੇ ਸੁਰੱਖਿਅਤ ਕਰ ਲਿਆ, ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਹੋਵੇ ਜੀ। ਸਾਡੇ ਨਾਲ ਤੁਸੀਂ ਇੱਦਾਂ ਜੁੜਦੇ ਰਿਹਾ ਕਰੋ। ਅਸੀਂ 7 ਵਜੇ ਤੱਕ ਗੱਲਾਂ ਬਾਤਾਂ ਕਰਾਂਗੇ ਗੁਰਲੀਨ ਜੀ ਨਾਲ। ਉਹ ਹਮੇਸ਼ਾ ਹੀ ਬੜੀ ਜ਼ਬਰਦਸਤ ਖਬਰ ਲੈ ਕੇ ਆਉਂਦੇ ਆ, ਕਿਉਂਕਿ ਉਹ ਅਪਡੇਟ ਰੱਖਦੇ ਆ ਆਪਣੇ ਆਪ ਨੂੰ। ਅਪਡੇਟ ਰੱਖਣ ਦਾ ਮਤਲਬ ਇਹ ਹੈ ਕਿ ਜਦੋਂ ਤੁਹਾਨੂੰ ਕੋਈ ਸਰਵਿਸ ਦੀ ਜ਼ਰੂਰਤ ਹੋਏਗੀ ਤਾਂ ਤੁਹਾਨੂੰ ਕਿ ਬਾਸੀ ਇਨਫੋਰਮੇਸ਼ਨ ਦੇ ਨਾਲ ਜਾਂ ਪੁਰਾਣੀ ਇਨਫੋਰਮੇਸ਼ਨ ਦੇ ਨਾਲ ਤੁਹਾਨੂੰ ਸਰਵ ਨਹੀਂ ਕਰੂਗਾ। ਤੁਹਾਨੂੰ ਭਖਦੀ ਗਰਮਾ ਗਰਮ ਜਿਹੜੀ ਖਬਰਸਾਰ ਹੈਗੀ ਆ ਇਮੀਗ੍ਰੇਸ਼ਨ ਦੇ ਵਿੱਚ ਐਜ਼ ਔਨ ਦਿਸ ਮੋਮੈਂਟ ਕੀ ਚੱਲ ਰਿਹਾ, ਉਹਦੇ ਹਿਸਾਬ ਨਾਲ ਤੁਹਾਨੂੰ ਉਹ ਟਰੀਟ ਕਰਨਗੇ। ਤੁਹਾਨੂੰ ਪਤਾ ਜਿੰਨੀ ਕਮਿਟਮੈਂਟ ਹੁੰਦੀ ਹੈ ਆਪਣੇ ਪ੍ਰੋਫੈਸ਼ਨ ਦੀ, ਓਨਾ ਹੀ ਬੰਦਾ ਬਿਹਤਰ ਪਰਫਾਰਮ ਕਰਦਾ। ਸੋ ਗੁਰਲੀਨ ਜੀ ਬਹੁਤ ਜ਼ਿਆਦਾ ਕਮਿਟਡ ਆ ਆਪਣੇ ਬਿਜ਼ਨਸ ਨੂੰ। ਆਓ ਆਪਾਂ ਉਹਨਾਂ ਨੂੰ ਆਪਣੇ ਪ੍ਰੋਗਰਾਮ 'ਚ ਵੈਲਕਮ ਕਰੀਏ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਕਿ ਕੀ ਨਵੀਆਂ ਚੀਜ਼ਾਂ ਚੱਲ ਰਹੀਆਂ, ਕੀ ਨਹੀਂ ਚੱਲ ਰਹੀਆਂ, ਅਤੇ ਆਓ ਉਹਨਾਂ ਦਾ ਸਵਾਗਤ ਕਰੀਏ। Gurleen ji, welcome to the show ji. Gurleen ji ਦਾ ਕੈਮਰਾ ਬੰਦ ਹੋ ਗਿਆ, ਹੁਣ ਸਮਝ ਨਹੀਂ ਹੈ ਕਿ ਚੱਕਰ ਕੀ ਹੋਇਆ। Gurleen ji, we are waiting for you to come on board. ਜਦ ਤੱਕ ਗੁਰਲੀਨ ਜੀ ਦੁਆਰਾ ਸਾਈਨ ਇਨ ਨਹੀਂ ਕਰਦੇ, ਕੋਈ ਟੈਕਨੀਕਲ ਖਰਾਬੀ ਹੋ ਸਕਦੀ ਆ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੀਆਂ ਕੀਮਤਾਂ ਹੈਗੀਆਂ ਮਕਾਨਾਂ ਦੀਆਂ, ਉਹ ਕਹਿੰਦੇ ਆ ਨਾ ਥੋੜ੍ਹਾ ਜਿਹਾ ਧੱਕਾ ਖਾ ਰਹੇ ਆ, ਅਤੇ ਉਹਦੇ ਨਾਲ ਕੀ ਹੁੰਦਾ ਕਿ ਜਿੰਨਾ ਧੱਕਾ ਪੈਂਦਾ ਓਨੀ ਹੀ ਮੁਸ਼ਕਿਲ ਸਾਨੂੰ ਹੋ ਜਾਂਦੀ ਹੈ ਕਿ ਹੁਣ ਇਹ ਰੀਅਲ ਸਟੇਟ ਦੀਆਂ ਵੈਲਿਊਜ਼ ਕਿੱਦਾਂ ਅੱਗੇ ਪਿੱਛੇ ਹੋਣਗੀਆਂ। ਇੱਕ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੈਨੇਡੀਅਨ ਹੋਮ ਪ੍ਰਾਈਸ ਜਿਹੜੇ ਹੈਗੇ ਆ, ਦੇ ਫੇਸ ਡਾਊਨਵਰਡ ਪ੍ਰੈਸ਼ਰ ਐਜ਼ ਇਨਵੈਂਟੋਰੀ ਬਿਲਡਸ ਐਂਡ ਸੇਲਸ ਸਲੋ ਡਾਊਨ। ਸੋ ਇਨਵੈਂਟੋਰੀ ਬਿਲਡ ਦਾ ਮਤਲਬ ਹੈ ਕਿ ਜ਼ਿਆਦਾ ਮਕਾਨ ਜਿਹੜੇ ਆ ਮਾਰਕੀਟ ਦੇ ਵਿੱਚ ਆ ਰਹੇ ਆ, ਤੇ ਹਰ ਮਾਰਕੀਟ ਦੇ ਵਿੱਚ ਇੱਦਾਂ ਹੀ ਚੱਲ ਰਿਹਾ। ਤੇ ਮੈਂ ਦੇਖਿਆ ਗੁਰਲੀਨ ਜੀ ਦੁਆਰਾ ਸਾਈਨ ਇਨ ਕਰ ਗਏ ਆ, ਤੇ ਆਓ ਗੁਰਲੀਨ ਜੀ ਦਾ ਸਵਾਗਤ ਕਰੀਏ। ਗੁਰਲੀਨ ਜੀ, ਵੈਲਕਮ ਬੈਕ। Thank you so much, Mr. Paul Cheema ji. How are you doing today? Life is very good ji, very happy that we are being seen and heard by a very wide audience now. ਹੁਣ ਤੇ ਮੈਨੂੰ ਟਾਈ ਵੀ ਸਿੱਧੀ ਕਰਕੇ ਲਾਉਣੀ ਪੈਣੀ, ਮੈਂ ਜੇ ਦੇਖ ਲਵਾਂ ਠੀਕ ਵੀ। ਅੱਗੇ ਤਾਂ ਟੇਢੀ ਮੇਢੀ ਚੱਲ ਜਾਂਦੀ ਸੀ, ਹੁਣ ਨਹੀਂ ਚੱਲਣੀ। Agreed. ਕੀ ਨਵੀਂ ਤਾਜੀ ਖਬਰ ਹੈ ਜੀ? IRCC ਕੀ ਕਹਿ ਰਿਹਾ, ਹੁਣ ਕਿਹੜੇ ਬੰਦੇ ਹੋਰ ਲੈ ਕੇ ਆ ਰਹੇ ਆ, ਕੀ ਦੇ ਰਿਹਾ ਬ੍ਰੇਕਾਂ ਆਪਣੇ ਬੰਦਿਆਂ ਨੂੰ? ਅਤੇ ਮੈਨੂੰ ਯਾਦ ਆ ਤੁਸੀਂ ਪਿੱਛੇ ਪੇਰੈਂਟਸ ਗ੍ਰੈਂਡ ਪੇਰੈਂਟਸ ਬਾਰੇ ਗੱਲਬਾਤ ਕੀਤੀ ਸੀ, ਤੁਸੀਂ ਫਰੈਂਚ ਲੈਂਗੁਏਜ ਸਪੀਕਿੰਗ ਦਾ ਸਕੋਰ ਦੱਸਿਆ ਸੀਗਾ ਕਿ ਇੰਨਾ ਹੈਗਾ ਜੀ, ਵਧੀਆ ਹੋ ਗਿਆ। ਅਤੇ ਮੈਂ 10 ਤਰੀਕ ਦੀ ਖਬਰ ਪੜ੍ਹ ਰਿਹਾ ਸੀਗਾ ਕਿ IRCC ਨੇ 3725 ਕੈਂਡੀਡੇਟ ਇਨਵਾਈਟ ਕੀਤੇ ਆ ਇਨ ਦਾ ਲੇਟੈਸਟ ਆਲ ਪ੍ਰੋਗਰਾਮ ਐਕਸਪ੍ਰੈਸ ਐਂਟਰੀ ਡਰਾ। ਇਹਦੇ ਬਾਰੇ ਕੀ ਤੁਹਾਡੀ ਜਾਣਕਾਰੀ ਹੈ ਅਤੇ ਕੀ ਤੁਸੀਂ ਹੋਰ ਐਡ ਕਰਨਾ ਚਾਹੋਗੇ? ਜੀ ਮਿਸਟਰ ਪੌਲ ਚੀਮਾ ਜੀ, ਫਸਟ ਆਫ ਆਲ ਤੁਸੀਂ ਖੁਦ ਬਹੁਤ ਅਪਡੇਟਡ ਰਹਿੰਦੇ ਹੋ। ਜਿਹੜੀਆਂ ਮੋਸਟ ਰੀਸੈਂਟ ਅਪਡੇਟਸ ਨੇ, ਆਮ ਸਰਪ੍ਰਾਈਜ਼ਡ ਹੁਣ ਮੇਰੇ ਨਾਲੋਂ ਪਹਿਲਾਂ ਤਾਂ ਤੁਸੀਂ ਚੈੱਕਆਊਟ ਕਰ ਲੈਂਦੇ ਹੋ। ਐਂਡ ਸਟਾਰਟਿੰਗ ਫਰੋਮ PGP ਪ੍ਰੋਗਰਾਮ, ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ ਸਪਾਂਸਰਸ਼ਿਪ, ਉਹਦੀ ਸਭ ਤੋਂ ਜਿਹੜੀ ਹੁਣ October 10 ਤੋਂ ਉਹਨਾਂ ਨੇ ਆਲਰੇਡੀ ਇਨਵੀਟੇਸ਼ਨਸ ਜਿਹੜੀਆਂ ਨੇ ਉਹ ਸੈਂਡ ਆਊਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ।
ਸੋ ਕਹਿੰਦਾ ਮਤਲਬ ਇਹ ਹੈਗਾ 2020 ਦੇ ਵਿੱਚ ਜਿਨ੍ਹਾਂ ਨੇ ਇੰਟਰਸਟ ਸਪਾਂਸਰ ਫਾਰਮ ਸਬਮਿਟ ਕਰਵਾਇਆ ਸੀ ਉਹਨਾਂ ਨੂੰ ਹੁਣ ਅਕਤੂਬਰ 10 ਟੂ ਅਕਤੂਬਰ 23 ਦੇ ਵਿੱਚ ਉਹਨਾਂ ਨੂੰ ਇਨਵੀਟੇਸ਼ਨਸ ਜਿਹੜੀਆਂ ਨੇ ਉਹ ਸੈਂਡ ਆਊਟ ਕੀਤੀਆਂ ਜਾ ਰਹੀਆਂ ਨੇ IRCC ਵੱਲੋਂ। ਠੀਕ ਹੈ ਅੱਛਾ ਜੀ। ਜੀ। ਉਹਨਾਂ ਦਾ ਏਮ ਐਜ਼ ਆਫ ਨਾਓ ਹੈਗਾ ਆ 24,200 ਇੰਟਰਸਟਿਡ ਪੋਟੈਂਸ਼ੀਅਲ ਸਪਾਂਸਰਸ ਨੂੰ ਇਨਵੀਟੇਸ਼ਨਸ ਭੇਜਣਾ, ਅੱਛਾ ਜੀ। ਜਿਹਦੇ ਵਿੱਚੋਂ ਉਹ 15,000 ਤੱਕ ਦੀਆਂ ਐਪਲੀਕੇਸ਼ਨਸ ਨੂੰ ਜਿਹੜੀਆਂ ਕੰਪਲੀਟ ਨੇ ਉਹਨਾਂ ਨੂੰ ਪੋਜ਼ਿਟਿਵ ਆਈ ਮੀਨ ਉਹਨਾਂ ਨੂੰ ਆਲਰੇਡੀ ਉਹਨਾਂ ਨੇ ਬਿਕਾਜ਼ ਜਦੋਂ 24,200 ਨੂੰ ਇਨਵੀਟੇਸ਼ਨਸ ਪੋਟੈਂਸ਼ੀਅਲ ਸਪਾਂਸਰਸ ਨੂੰ ਭੇਜੀਆਂ ਜਾਣਗੀਆਂ ਉਹਦੇ ਜੀ। ਵਿੱਚੋਂ 15,000 ਐਪਲੀਕੇਸ਼ਨਸ ਜਿਹੜੀਆਂ ਨੇ ਉਹ ਲਿੱਤੀਆਂ ਜਾਣਗੀਆਂ। 15,000 ਲਿੱਤੇ ਹੈ। ਅੱਛਾ ਅੱਛਾ ਜੀ। ਠੀਕ ਹੈ। So good luck to everyone who has already submitted a sponsor form ਔਰ ਜੇਕਰ ਕਿਸੇ ਦਾ ਕੋਈ ਵੀ ਕੁਐਸਚਨ ਹੈਗਾ ਇਹਦੇ ਨਾਲ ਰਿਲੇਟਡ ਪਲੀਜ਼ ਜੀ। ਫੀਲ ਫ੍ਰੀ ਟੂ ਰੀਚ ਆਊਟ ਟੂ ਅਸ। 100% ਜੀ। ਕੋਈ ਗੱਲਬਾਤ ਕਰੋਗੇ ਤੇ ਤਾਂ ਹੀ ਤੁਹਾਨੂੰ ਅੱਗੇ ਦੀ ਜਾਣਕਾਰੀ ਦਿੱਤੀ ਜਾਊਗੀ, ਕਿਉਂਕਿ ਜੇ ਗੱਲਬਾਤ ਹੀ ਨਹੀਂ ਕਰਨੀ ਫਿਰ ਗੱਲ ਕਰਨੀ ਖਬਰ ਦੇਣੀ ਕਿਹਨੇ ਆ। ਮੈਂ ਤਾਂ ਪਹਿਲਾਂ ਹੀ ਤੁਹਾਡੇ ਆਉਣ ਤੋਂ ਪਹਿਲਾਂ ਹੀ ਕਹਿ ਚੁੱਕਾ ਕਿ ਤੁਸੀਂ ਹਮੇਸ਼ਾ ਲੇਟੈਸਟ ਰਹਿੰਦੇ ਹੋ ਹਰ ਇੱਕ ਨਿਊਜ਼ ਦੇ ਉੱਤੇ ਜਿਹੜੀ ਤੁਹਾਡੀ ਇਮੀਗ੍ਰੇਸ਼ਨ ਦੇ ਸਿਲਸਿਲੇ 'ਚ ਹੈਗੀ ਆ। ਤੇ ਸਾਡੇ ਜਿਹੜੇ ਫਿਰ ਵੀ ਕਈ ਵਾਰੀ ਨਾ ਅਨਸਸਪੈਕਟਿੰਗ ਬੰਦੇ ਜਿਹੜੇ ਆ ਉਹ ਫਰਾਡੂਲੈਂਟ ਬੰਦਿਆਂ ਦੇ ਹੱਥ 'ਚ ਪੈ ਜਾਂਦੇ ਆ। ਤੇ ਜੇ ਹੁਣ ਇਹਨਾਂ That's ਤੋਂ okay. ਬਚਣਾ ਹੋਏ। ਹਾਂਜੀ। That's okay. It happens in every industry, Mr. Paul Cheema ji. Nothing special about immigration. ਇਹ ਹਰ ਇੱਕ ਇੰਡਸਟਰੀ ਦੇ ਵਿੱਚ good and bad apples ਹੈਗੇ ਨੇ। ਜੀ। ਇੱਕ ਚੀਜ਼ ਮੈਂ ਜ਼ਰੂਰ ਐਡ ਕਰਨਾ ਚਾਹਾਂਗੀ ਜਿਹੜਾ ਕਿਉਂਕਿ ਤੁਸੀਂ ਇਸ ਚੀਜ਼ ਨੂੰ ਬਿਕਾਜ਼ ਤੁਸੀਂ ਹਾਈਲਾਈਟ ਕੀਤਾ ਹੈ ਤਾਂ ਮੈਂ ਵੀ ਇਹਦੇ ਵਿੱਚ ਇੱਕ ਪੁਆਇੰਟ ਐਡ ਆਨ ਕਰਨਾ ਚਾਹੂੰਗੀ। ਜੀ। ਸੋ ਕੋਈ ਨਵੇਂ ਸਪਾਂਸਰ ਫਾਰਮਸ ਜਿਹੜਾ ਕੋਈ ਸਬਮਿਟ ਕਰਨ ਦੀ ਟਰਾਈ ਕਰ ਰਿਹਾ ਆ ਉਹਦੇ ਉਹਨਾਂ ਨੂੰ ਇਹ ਮੈਂ ਐਕਨੋਲੇਜ ਕਰ ਦੇਵਾਂ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿ ਉਹਨਾਂ ਨੇ ਨਵੀਆਂ ਐਪਲੀਕੇਸ਼ਨਸ ਲੈਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਨੇ ਸਿਰਫ 2020 ਦੀਆਂ ਜਿਹੜੀਆਂ ਐਪਲੀਕੇਸ਼ਨਸ ਆਲਰੇਡੀ ਇੰਟਰਸਟ ਸਪਾਂਸਰ ਫਾਰਮ ਜਿਨ੍ਹਾਂ ਨੇ ਸਬਮਿਟ ਕਰਵਾਏ ਆ ਉਹਨਾਂ ਨੂੰ ਜੀ। IRCC ਇਨਵੀਟੇਸ਼ਨਸ ਭੇਜ ਰਹੀ ਆ, ਜਿਹਦੇ ਵਿੱਚ ਕੁੱਲ ਮਿਲਾ ਕੇ 24,200 ਇਨਵੀਟੇਸ਼ਨਸ ਭੇਜਣਗੇ ਔਰ 15,000 ਕੰਪਲੀਟ ਐਪਲੀਕੇਸ਼ਨਸ ਨੂੰ ਉਹ ਸਬਮਿਟਡ ਮੰਨਣਗੇ। ਸਬਮਿਟਡ ਅੱਛਾ। ਐਜ਼ ਇਨ ਕਿ ਉਹਨਾਂ ਨੂੰ ਪੋਜ਼ਿਟਿਵ ਉਹਨਾਂ ਦੇ ਪੈਰੈਂਟਸ ਨੂੰ PR ਗ੍ਰਾਂਟ ਕੀਤੀ ਜਾਏ। ਵੈਰੀ ਗੁੱਡ ਜੀ। ਬੜੀ ਐਕਸਾਈਟਿੰਗ ਨਿਊਜ਼ ਹੈ। ਮਤਲਬ ਮੈਂ ਤਾਂ ਬੜਾ ਖੁਸ਼ ਹਾਂ ਕਿ ਆਪਣੇ ਬੰਦੇ ਹੋਰ ਜਿਹੜੇ ਆ ਪਰਿਵਾਰਾਂ ਦੇ ਜੀ ਇੱਥੇ ਆ ਸਕਣਗੇ ਐਂਡ ਪ੍ਰੋਪਰ ਤਰੀਕੇ ਨਾਲ ਸਹੀ। 2020 ਦੇ ਵਿੱਚ ਫਾਈਲ ਕੀਤੀਆਂ ਐਪਲੀਕੇਸ਼ਨਸ ਦੇਖ ਲਓ। 3 ਸਾਲ ਦੀ ਵੇਟ ਪੀਰੀਅਡ। ਮੈਂ ਜਦੋਂ ਆਇਆ ਸੀਗਾ ਉਦੋਂ ਮੈਨੂੰ 4 ਸਾਲ ਲੱਗੇ ਸੀ। ਇੰਨੀ ਲੰਬੀ ਵੇਟ ਸੀਗੀ ਉਦੋਂ, ਪਰ ਸਾਨੂੰ ਉਦੋਂ ਕੋਈ ਦੱਸਣ ਵਾਲਾ ਕੋਈ ਨਹੀਂ ਸੀਗਾ। ਕਾਸ਼ ਉਦੋਂ ਗੁਰਲੀਨ ਜੀ ਹੁੰਦੇ ਸਾਨੂੰ ਸੌਖਾ ਹੋ ਜਾਣਾ ਸੀਗਾ। ਅਸੀਂ ਹਰ ਤੀਜੇ ਦਿਨ ਉੱਥੇ ਜਾ ਵਜਣਾ। ਜਿਹੜੇ ਏਜੰਸੀ ਸੀਗੀ ਉਹਨਾਂ ਨੂੰ ਕਹਿਣਾ ਵੀ ਸਾਨੂੰ ਜਹਾਜ਼ ਦਾ ਦਰਵਾਜ਼ਾ ਤਾਂ ਘੱਟੋ ਘੱਟ ਦਿਖਾ ਦਿਓ ਕਿੱਦਾਂ ਦਾ ਹੁੰਦਾ। I wish, Mr. Paul Cheema ji, if I could be of any help, please, everybody, audience, we are just one call away. I have staff, supporting staff. If in case, if worst case scenario, I'm not able to take a call, you can always reach out to them as well. And ehi main make sure karna chahni as a team, I would like to bring it to everybody's notice ki ਅਸੀਂ ਇੱਕ ਚੀਜ਼ ਦੇ ਵਿੱਚ ਬਿਲੀਵ ਕਰਦੇ ਹਾਂ ਕਿ ਐਕਸਲੈਂਟ ਸਰਵਿਸ ਐਂਡ ਮੈਕਸਿਮਮ ਕਮਿਟਮੈਂਟ ਟੂ ਦ ਕਲਾਇੰਟਸ ਐਂਡ ਦੈਟਸ ਵਾਟ ਮੈਟਰਸ ਦਾ ਮੋਸਟ। ਜਿਹੜੀ ਤੁਹਾਡੀ ਐਡ ਰਨ ਹੁੰਦੀ ਆ ਤੁਸੀਂ ਉਹਦੇ 'ਚ ਆਪਣਾ ਪੂਰਾ ਜਿਹੜਾ ਦਿਲ ਖੋਲ੍ਹ ਕੇ ਰੱਖ ਦਿੱਤਾ ਕਿ ਦਿਸ ਇਜ਼ ਹੂ ਆਈ ਐਮ, ਦਿਸ ਇਜ਼ ਹਾਊ ਆਈ ਓਪਰੇਟ, ਦਿਸ ਇਜ਼ ਵਾਟ ਯੂ ਆਰ ਗੋਇੰਗ ਟੂ ਗੈਟ। ਮੇਰਾ ਖਿਆਲ ਇਸ ਤੋਂ ਕਲੈਰਿਟੀ ਨਾਲ ਤੇ ਹੋਰ ਕੋਈ ਗੱਲ ਸਮਝਾਈ ਜਾ ਨਹੀਂ ਸਕਦੀ ਕਿਸੇ ਨੂੰ। ਮੈਂ ਤਾਂ ਹਮੇਸ਼ਾ ਤੁਹਾਡੇ ਗੁਣ ਗਾਉਂਦਾ ਰਹਿਣਾ। ਮੈਨੂੰ ਜਿਹੜਾ ਇਹ ਪੁੱਛਦਾ ਮੈਂ ਕਹਿੰਦਾ ਜੀ ਗੁਰਲੀਨ ਨੂੰ ਗੱਲ ਕਰ ਲਓ, ਉਹਨਾਂ ਨੂੰ ਸਾਰੀ ਡਿਟੇਲ ਪਤਾ, ਉਹਨਾਂ ਦਾ ਨੰਬਰ ਚਾਹੀਦਾ ਮੇਰੇ ਤੋਂ ਨੰਬਰ ਤੁਸੀਂ ਲੈ ਲਓ। ਦੈਟਸ ਆਲ ਆਈ ਕੈਨ ਡੂ। ਇਸ ਤੋਂ ਉੱਪਰ ਤਾਂ ਮੈਨੂੰ ਕੋਈ ਸਮਝ ਨਹੀਂ ਗਈ। ਇਮੀਗ੍ਰੇਸ਼ਨ ਖੈਰ ਮੇਰਾ ਟੌਪਿਕ ਵੀ ਨਹੀਂ ਗਾ। ਸਾਨੂੰ ਹੁਣ ਅਸੀਂ ਫਜ਼ੂਲ ਦੇ ਉੱਤੇ ਟੰਗ ਫਸਾਈਏ ਜਾ ਕੇ, ਉਹ ਗੱਲ ਵੀ ਨਹੀਂ ਬਣਦੀ। ਅੱਜ ਕੱਲ੍ਹ ਅੱਖਾਂ ਵੀ ਥੋੜ੍ਹੀਆਂ ਅੰਨੀਆਂ ਹੋਈਆਂ। 647 465 8894 ਨੰਬਰ ਤੁਹਾਡਾ ਹੈਗਾ। ਵੈਲ ਥੈਂਕ ਯੂ ਸੋ ਮਚ ਮਿਸਟਰ ਪਾਲ ਚੀਮਾ ਜੀ। ਜਦ ਵੀ ਇਸ ਪਲੇਟਫਾਰਮ ਤੇ ਆਉਣਾ ਹੁੰਦਾ ਮੈਂ ਕੁਛ ਨਾ ਕੁਛ ਐਕਸਟਰਾ ਕੋਸ਼ਿਸ਼ ਕਰਦੀ ਹਾਂ ਕਿ ਇਫ ਆਈ ਕੈਨ ਬ੍ਰਿੰਗ ਸਮਥਿੰਗ ਟੂ ਦ ਟੇਬਲ ਸੋ ਦੈਟ ਕਿਉਂਕਿ ਆਈ ਨੋ ਐਜ਼ ਅ ਮੈਟਰ ਆਫ ਫੈਕਟ ਹੁਣ ਚੱਲ ਹੀ ਰਿਹਾ ਆ ਅਕਤੂਬਰ 10 ਤੋਂ ਅਕਤੂਬਰ 23
3rd ਦੇ ਵਿੱਚ ਇਨਵੀਟੇਸ਼ਨਸ ਆਣੀਆਂ ਹੀ ਆਣੀਆਂ ਨੇ ਫॉर ਸ਼ੋਰ ਬਿਕਾਜ਼ IRCC ਨੇ ਅਨਾਉਂਸ ਕੀਤਾ ਆ ਜੀ ਪਰ ਸੇਮ ਟਾਈਮ ਤੇ ਜਿਹੜੀਆਂ ਰਿਊਮਰਸ ਮਾਰਕੀਟ ਦੇ ਵਿੱਚ ਚੱਲ ਰਹੀਆਂ ਨੇ ਉਹ ਵੀ ਬਹੁਤ ਜ਼ਿਆਦਾ ਤੇਜ਼ੀ ਨਾਲ ਮੈਂ ਕਹੂੰਗੀ ਕਿ ਫੈਲ ਰਹੀਆਂ ਨੇ ਯੂ نو ਸਮਟਾਈਮਸ ਗੁੱਡ ਨਿਊਜ਼ ਇੰਨੀ ਛੇਤੀ ਜਿਹੜੀ ਸਹੀ ਨਿਊਜ਼ ਹੁੰਦੀ ਉਹ ਇੰਨਾ ਜ਼ਿਆਦਾ ਛੇਤੀ ਨਹੀਂ ਫੈਲਦੀ ਬਟ ਰਿਊਮਰਸ ਦੇ ਸਪਰੈਡ ਮੋਰ ਐਂਡ ਉਹਨਾਂ ਦੀ ਥੋੜੀ ਕਹਿ ਸਕਦੇ ਹਾਂ ਕਿ ਉਹਨਾਂ ਦੀ ਮਾਰਕੀਟ ਜਿਹੜੀ ਹੁੰਦੀ ਹੈ ਉਹ ਜ਼ਿਆਦਾ ਵਾਸਟ ਹੁੰਦੀ ਹੈ ਬਿਕਾਜ਼ ਰਿਊਮਰ ਨੂੰ ਸਪਰੈਡ ਕਰਨਾ ਬਹੁਤ ਸੌਖਾ ਆ ਹੁਣ ਕਈ ਕਾਫੀ ਮੈਂ ਦੇਖ ਰਹੀ ਹਾਂ ਇਨਕਲੂਡਿੰਗ ਲਾਇਸੈਂਸਡ ਕੰਸਲਟੈਂਟਸ ਜਿਹੜੇ ਇਸ ਚੀਜ਼ ਨੂੰ ਯੂ نو ਐਜ਼ ਅ ਮਾਰਕੀਟਿੰਗ ਸਟ੍ਰੈਟਜੀ ਯੂਜ਼ ਕਰ ਰਿਹਾ ਕਿ ਦੇਖੋ ਜੀ ਪੈਰੈਂਟਸ ਗ੍ਰੈਂਡ ਪੈਰੈਂਟਸ ਸਪਾਂਸਰਸ਼ਿਪ ਜਿਹੜੀ ਆ ਓਪਨ ਹੋ ਚੁੱਕੀ ਆ ਤੁਸੀਂ ਸਾਨੂੰ ਰੀਚ ਆਊਟ ਕਰੋ ਆਫ ਕੋਰਸ ਆਈ ਸੀ ਦ ਸੇਮ ਥਿੰਗ ਟੂ ਪਰ ਇਹ ਕੋਈ 2020 ਜਾਂ 2023 ਦੀਆਂ ਐਪਲੀਕੇਸ਼ਨਸ ਓਪਨ ਨਹੀਂ ਹੋਈਆਂ ਇਹ ਤਾਂ ਪੁਰਾਣੀਆਂ ਐਪਲੀਕੇਸ਼ਨਸ ਜਿਹੜੀਆਂ ਨੇ ਉਹਨਾਂ ਦੀਆਂ ਇਨਵੀਟੇਸ਼ਨਸ ਭੇਜੀਆਂ ਜਾ ਰਹੀਆਂ ਨੇ It's just a matter of how you give the information out. ਹੁਣ ਤੁਹਾਡੇ ਨਾਲ ਦੀ ਮੈਂ ਜੇ ਗੱਲ ਕਰਾਂ ਐਨਾਲੋਜੀ ਦੇਣ ਦੀ ਕੋਸ਼ਿਸ਼ ਕਰਾਂ ਬਰੈਂਪਟਨ ਨੇ 5 ਵਾਰਡਾਂ ਦੇ ਵਿੱਚ ਜਿਹੜੇ ਪੋਲੀਟੀਕਲ ਵਾਰਡਸ ਹੈਗੇ ਆ ਜਿਵੇਂ ਵਾਰਡ 1 3 4 5 ਤੇ 7 ਸ਼ਾਇਦ 1 3 4 5 ਐਂਡ 7 ਪੰਜਾਂ ਦੇ ਵਿੱਚ ਉਹਨਾਂ ਨੇ ਇਹ ਕਰ ਦਿੱਤਾ ਜਨਵਰੀ 1 2024 ਤੋਂ ਕਿ ਜਿੰਨੇ ਵੀ ਲੈਂਡਲੋਰਡਸ ਹੈਗੇ ਆ ਦੇ ਵਿਲ ਹੈਵ ਟੂ ਟੇਕ ਲਾਇਸੈਂਸ ਟੂ ਰੈਂਟ देयर ਪ੍ਰੀਮਾਈਸਿਸ ਠੀਕ ਹੈ ਉਹ ਪਿੱਛੇ ਜੇ ਸਿਰਫ ਇਹਨਾਂ 5 ਵਾਰਡਾਂ 'ਚ ਕੀਤਾ ਬਾਕੀ ਸਾਰੇ ਵਾਰਡ ਜਿਹੜੇ ਆ ਖੁੱਲੇ ਪਏ ਆ 7-8 ਜਿਹੜੇ 9 10 8 ਸਾਰੇ ਓਪਨ ਪਏ ਆ ਫਿਲਹਾਲ ਤੇ ਮੈਂ ਵੀਡੀਓਜ਼ ਦੇਖੀਆਂ ਸਿਸਟਮ ਦੇ ਉੱਤੇ ਜਿੱਥੇ ਕਿ ਕਿਹਾ ਜਾ ਰਿਹਾ ਬਾਰ-ਬਾਰ ਜੀ ਹੁਣ ਬਰੈਂਪਟਨ 'ਚ 1 ਜਨਵਰੀ ਤੋਂ ਆਹ ਕਾਨੂੰਨ ਪਾਸ ਹੋ ਗਿਆ ਤੇ ਹੁਣ ਤੁਸੀਂ ਰੈਂਟ ਕਰੋਗੇ ਤੁਹਾਨੂੰ ਲਾਇਸੈਂਸ ਲੈਣਾ ਪੈਣਾ ਇਹਨਾਂ ਨੇ ਕੋਈ ਪਾਇਲਟ ਪ੍ਰੋਜੈਕਟ ਚਲਾਇਆ ਸਿਟੀ ਆਫ ਬਰੈਂਪਟਨ ਨੇ ਜਿਹੜਾ ਕਿ ਮੈਂ ਬੜਾ ਉਹਦਾ ਸਪੋਰਟਰ ਹਾਂ ਤੇ ਯੂਨੈਨਿਮਸਲੀ ਬਿੱਲ ਪਾਸ ਵੀ ਹੋਇਆ ਸੋ 1 3 5 7 ਇਹਨਾਂ ਦੇ ਵਿੱਚ 1 3 4 5 7 ਇਹਨਾਂ ਦੇ ਵਿੱਚ ਜੇ ਤੁਸੀਂ ਰੈਂਟ ਕਰਨੇ ਆ ਤੁਹਾਨੂੰ ਲਾਇਸੈਂਸ ਲੈਣਾ ਪੈਣਾ $300 ਦੀ ਫੀਸ ਆ ਤੇ ਇਹ ਫੀਸ ਹੁਣ ਜਿਹੜੇ ਫੰਡ ਰੇਜ਼ਰ ਦੇ ਕੰਮ ਆਊਗੀ ਇਹਨਾਂ ਨੇ ਉਹਨਾਂ ਮਕਾਨਾਂ ਨੂੰ ਟਾਰਗੇਟ ਕਰਨਾ ਜਿਨ੍ਹਾਂ ਉੱਤੇ ਪਿਛਲੇ 2 ਸਾਲ 'ਚ ਮੈਕਸਿਮਮ ਕੰਪਲੇਂਟਸ ਆਈਆਂ ਕਿ ਲੋਕਾਂ ਨੇ ਕਿਹਾ ਇੱਥੇ ਨੋਇਜ਼ ਹੈ ਇੱਥੇ ਵਾਇਲੇਸ਼ਨ ਹੈ ਇੱਥੇ ਘਾਹ ਤੇ ਗੱਡੀ ਖੜੀ ਕਰਦੇ ਆ ਸਾਰਾ ਗ੍ਰੀਨਰੀ ਖਰਾਬ ਕੀਤੀ ਹੈ ਜੀ ਨਿਊਸੈਂਸ ਹੋ ਰਹੀ ਹੈ ਉਹਨਾਂ ਦੇ ਫੋਕਸ ਇਮੀਡੀਏਟਲੀ ਹੋ ਜਾਣਾ ਪਰ ਸਾਰੇ ਬਰੈਂਪਟਨ 'ਚ ਨਹੀਂਗਾ ਪਰ ਉਹ ਵੀਡੀਓਜ਼ ਇੱਦਾਂ ਸ਼ੋਅ ਕਰਦੇ ਆ ਕਿ ਭਾਈ ਸਾਰੇ ਪਾਸੇ ਹੀ ਹਾਹਾਕਾਰ ਮਚ ਜਾਣੀ ਹੈ ਪਤਾ ਨਹੀਂ ਕੀ ਪਹਾੜ ਟੁੱਟ ਗਿਆ ਕਿਹੜਾ ਇੱਥੇ ਐਟੋਮਿਕ ਬੰਬ ਡਿੱਗਣ ਵਾਲਾ ਸੋ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਹਾਫ ਕੁਕਡ ਇਨਫੋਰਮੇਸ਼ਨ ਦੇਣੀ ਹਮੇਸ਼ਾ ਡੇਂਜਰਸ ਹੋ ਜਾਂਦੀ ਜੀ ਡੈਫੀਨੇਟਲੀ ਇਸ ਤੋਂ ਇਲਾਵਾ ਇਮੀਗ੍ਰੇਸ਼ਨ 'ਚ ਕੀ ਹੋਰ ਨਵੀਂ ਚੀਜ਼ ਚੱਲ ਰਹੀ ਹੈ ਮੈਨੂੰ ਪਤਾ ਲੱਗਾ ਕਿ ਇਹ ਕੋਈ ਵੂਮਨਸ ਹਿਸਟਰੀ ਮੰਥ ਮਨਾਇਆ ਜਾ ਰਿਹਾ ਹਾਂਜੀ ਉਹ ਤਾਂ ਖੈਰ ਇਟਸ ਜੈਨਰਿਕ ਵੂਮਨਸ ਹਿਸਟਰੀ ਮੰਥ to be honest I would not be able to share much of the info but most recent ਇਹ ਹੈਗਾ ਜੀ ਜਿਹੜਾ October 10 2023 ਦਾ draw ਆਇਆ ਹੈਗਾ ਹਾਂਜੀ ਇਹ ਇੰਪੋਰਟੈਂਟ ਹੈ ਜੀ Sierra score of 500 and it's a all program draw so ਜੇ ਕੁੱਲ ਮਿਲਾ ਕੇ ਅਸੀਂ previous rounds ਦੀ ਵੀ ਗੱਲ ਕਰੀਏ ਕਿ ਪਿਛਲੇ draws ਜਿਹੜੇ ਆਏ ਨੇ so October 10th ਦਾ ਜਿਹੜਾ ਹੈ that is considered a first draw for the month of October. It's a no program draw, meaning ki Canadian experience class, federal skilled worker, federal skilled trade. Anji. Every candidate will be invited, provided agar tusi Sierra score jada lowest allocated a odi equivalency thode kol hegi a. Of course, you will be sent an ITA. But ਕਹਿਣ ਦਾ ਮਤਲਬ ਇਹ ਹੈਗਾ ਕਿ 500 is a score ਜਿਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ it's not that easy to score first of all ਜਿਹੜੀ ਹੁਣ ਅਸੀਂ ਪਿਛਲੇ draws ਦੇਖਿਆ in the month of September ਉਹਦੇ ਵਿੱਚ agriculture and agri food occupation draw ਵੀ ਆਇਆ ਜਿਹੜਾ ਜਿਹਦਾ score ਸਿਰਫ 354 ਰਿਹਾ French language proficiency the draw declare ਹੋਇਆ September ਦੇ ਵਿੱਚ ਉਹਦਾ CRS score ਵੀ ਇੰਨਾ ਵੀ ਸੀਗਾ ਮੇਰੇ ਖਿਆਲ ਫਿਰ ਉਸ ਤੋਂ ਪਹਿਲਾਂ September 26 ਨੂੰ ਜੀ ਲੋਐਸਟ ਜਿਹੜਾ ਉਹ ਐਗਰੀਕਲਚਰ ਐਂਡ ਐਗਰੀ ਫੂਡ ਆਕੂਪੇਸ਼ਨ ਦਾ ਟਰਾਂਸਪੋਰਟ ਆਕੂਪੇਸ਼ਨ ਦਾ ਰਿਹਾ September 20th ਨੂੰ ਜਿਹੜਾ ਟਰਾਂਸਪੋਰਟ ਆਕੂਪੇਸ਼ਨ ਦਾ ਡਰਾ ਡਿਕਲੇਅਰ ਹੋਇਆ ਉਹਦਾ ਜਿਹੜਾ CR ਸਕੋਰ ਹੈ 435 ਹੈ ਪਰ ਜਿਹੜਾ ਅੱਜ ਆਲ ਪ੍ਰੋਗਰਾਮ ਡਰਾ ਐਵਰੀ ਮੰਥ ਡਿਕਲੇਅਰ ਹੋ ਰਿਹਾ
ਆਲਮੋਸਟ ਅਗਰ ਅਸੀਂ ਪਿਛਲੇ 3 ਮਹੀਨਿਆਂ ਦੀ ਨਾਟ ਇਵਨ 3 ਮਹੀਨੇ ਪਰ ਪਿਛਲੇ 2 ਮਹੀਨਿਆਂ ਦੀ ਅਗਰ ਆਪਾਂ ਐਵਰੇਜ ਦੇਖਣੀ ਹੋਵੇ ਤਾਂ 500 ਪਲੱਸ ਹੈ ਜਸਟ ਇਨ ਦ ਇਹਦੇ ਮੰਥ ਆਫ ਸਕੋਰ ਅਗਸਟ ਹੁੰਦੇ, ਜਿਹੜਾ ਸੌਰੀ ਆਲ ਪ੍ਰੋਗਰਾਮ ਡਿਕਲੇਅਰ ਸੌਰੀ ਹਾਂਜੀ ਪਲੀਜ਼ ਬੋਲੋ ਕੰਟੀਨਿਊ ਮੈਂ ਆਮ ਸੌਰੀ ਆਈ ਇੰਟਰਪਟਡ ਯੂ। ਜੀ ਸੋ even in the month of August, we have seen 2 draws, all program draws, 496 and 517. ਉਹਦੇ ਵਿੱਚ ਉਸੇ ਮੰਥ ਦੇ ਵਿੱਚ ਜਿਹੜਾ ਫ੍ਰੈਂਚ ਲੈਂਗੁਏਜ ਪ੍ਰੋਫੀਸ਼ੀਐਂਸੀ ਡਰਾ ਆਇਆ that was for 435 and ਜਿਹੜਾ ਟ੍ਰੇਡ ਆਕੂਪੇਸ਼ਨ ਡਰਾ ਆਇਆ that was for 388. ਸੋ ਕਿਤੇ ਨਾ ਕਿਤੇ ਜਿਹੜੇ ਕੈਟੇਗਰੀ ਬੇਸਡ ਡਰਾ ਆ ਰਹੇ ਨੇ ਉਹਨਾਂ ਦਾ ਸਕੋਰ ਕਾਫੀ ਕੰਪੈਰੀਟਿਵਲੀ ਲੈਸ ਹੈਗਾ ਐਸ ਕੰਪੇਅਰ ਟੂ ਆਲ ਪ੍ਰੋਗਰਾਮ ਡਰਾ ਐਂਡ ਇਹ ਜਿਹੜੀ ਅਨਾਲਿਸਿਸ ਆ ਬੇਸਡ ਹੈਗੇ ਨੇ ਲਾਸਟ 3 ਮੰਥਸ ਦੇ ਡਰਾਸ ਨੂੰ ਦੇਖ ਜਿਹੜਾ ਤੁਹਾਡਾ ਐਗਰੀਕਲਚਰਲ ਪਾਇਲਟ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਉਹ ਤਾਂ ਬਹੁਤ ਹੀ ਵਧੀਆ ਮੇਰੇ ਹਿਸਾਬ ਨਾਲ ਵੇ ਹੈਗਾ ਜਿਹਨੇ ਇਮੀਗ੍ਰੇਟ ਕਰਨਾ ਹੋਏ ਕੈਨੇਡਾ ਦੇ ਵਿੱਚ ਉਹਦੇ ਵਾਸਤੇ, ਕਿਉਂਕਿ ਰਿਸਟ੍ਰਿਕਸ਼ਨ ਕੋਈ ਨਹੀਂ, ਤੁਸੀਂ ਆ ਕੇ ਚੇਂਜ ਕਰ ਸਕਦੇ ਹੋ ਪ੍ਰੋਫੈਸ਼ਨ। ਤੁਸੀਂ ਐਕਸਪੀਰੀਅੰਸ ਦਵਾਉਣਾ, ਜੇ ਫਾਰਮ ਬਾਰੇ ਤੁਸੀਂ ਗੱਲ ਕੀਤੀ ਸੀ ਲਾਸਟ ਟਾਈਮ ਜਿੰਨਾ ਕੁ ਮੈਨੂੰ ਯਾਦ ਆ, ਕਿ ਪ੍ਰੂਵ ਕਰਨਾ ਕਿ ਤੁਸੀਂ ਇੱਥੇ ਕੰਮ ਕਰਦੇ ਰਹੇ ਹੋ। ਅਤੇ ਸ਼ਾਇਦ ਕੋਈ ਇੰਟਰਵਿਊ ਕਰਦੇ ਹੋਣ ਇਹ ਜਿੱਥੇ ਕਰਕੇ ਥੋੜ੍ਹਾ ਜਿਹਾ ਬੰਦਾ ਇਹ ਫਿਲਟਰ ਕਰ ਲੈਂਦੇ ਹੋਣ ਕਿ ਵਾਕਈ ਇਹਨੂੰ ਪਤਾ ਕਿ ਟੂਲਸ ਕਿਹੜੇ ਐਗਰੀਕਲਚਰ 'ਚ ਹੁੰਦੇ ਕਿ ਇੱਦਾਂ ਤੁਰਿਆ ਆਇਆ ਬੰਦਾ। ਜਿਵੇਂ ਕਈ ਵਾਰੀ ਬੰਦੇ ਰਾਗੀ ਬਣ ਕੇ ਆਉਣ ਦੀ ਕੋਸ਼ਿਸ਼ ਕਰਦੇ ਆ, ਫਿਰ ਕਹਿੰਦੇ ਦਿਖਾ ਤੇਰੀਆਂ ਵੀਡੀਓਜ਼ ਕਿੱਥੇ ਤੋਂ ਕੀਰਤਨ ਕੀਤੇ ਆ ਅਤੇ ਕਿਹੜੇ ਤੈਨੂੰ ਸੰਦ ਵਜਾਣੇ ਆਉਂਦੇ। ਜੀ ਸੋ ਫਸਟ ਆਫ ਆਲ ਜਿਹੜਾ ਐਗਰੋ ਪਾਇਲਟ ਡਰਾ ਦੀ ਅਗਰ ਅਸੀਂ ਗੱਲ ਕਰੀਏ ਤੇ ਉਹਦੇ ਵਿੱਚ ਡੈਫੀਨੇਟਲੀ ਮੈਂ ਕੁਝ ਕੈਟੇਗਰੀਜ਼ ਲਾਸਟ ਟਾਈਮ ਵੀ ਮੈਂਸ਼ਨ ਕੀਤੀਆਂ ਸੀ, ਹਾਰਵੈਸਟਿੰਗ ਲੇਬਰਸ, ਮੀਟ ਕਟਰਸ, ਬੁਚਰਸ ਐਂਡ ਲਾਈਵ ਸਟਾਕ ਲੇਬਰਸ। ਉਹਦੇ ਵਿੱਚ ਕਾਫੀ ਕੈਟੇਗਰੀਜ਼ ਹੈਗੀਆਂ ਨੇ। ਅਗਰ ਇਫ ਯੂ ਵਾਂਟ ਵੀ ਕੈਨ ਆਲਵੇਜ਼ ਸ਼ੇਅਰ ਅ ਲਿੰਕ ਹੇਅਰ ਐਜ਼ ਵੈਲ। ਸੋ ਉਹਦੇ ਵਿੱਚ ਮੇਨ ਰਿਕੁਆਇਰਮੈਂਟ ਇਹੀ ਰਹਿੰਦੀ ਹੈ ਕਿ 1 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ, LMIA ਬੇਸਡ ਜਿਹੜੀ ਆ ਜੌਬ ਆਫਰ ਹੁੰਦੀ ਹੈ। ਐਂਡ ਉਸ ਤੋਂ ਇਲਾਵਾ ਜਿਹੜੀ ਲੈਂਗੁਏਜ ਦੀ ਰਿਕੁਆਇਰਮੈਂਟ ਹੈ that is usually CLB5 in each module. So the good part is ਜੋ ਸਕੋਰ ਹੈਗਾ 435 ਉਹਨੂੰ ਮੈਚ ਕਰਨਾ ਕਈ ਵਾਰੀ ਡੈਫੀਨੇਟਲੀ ਜਿਹੜਾ ਕੋਈ ਐਗਰੋ ਪਾਇਲਟ ਪ੍ਰੋਗਰਾਮ ਲਈ ਦਾ ਸ਼ਾਇਦ ਉਹ ਵੀ ਹਾਈ ਹੋਵੇ, ਬਿਕਾਜ਼ ਨਾਰਮਲ ਵਿਦ ਸੈਕੰਡਰੀ ਸਕੂਲ ਐਜੂਕੇਸ਼ਨ ਨਹੀਂ ਆ, ਕਿਸੇ ਕੋਲ ਜੋ ਪੋਸਟ ਸੈਕੰਡਰੀ ਐਜੂਕੇਸ਼ਨ ਆ ਉਹਦੇ ਨਾਲ ਕਈ ਵਾਰੀ ਇਹ ਸਕੋਰ ਵੀ ਮੀਟ ਨਹੀਂ ਹੁੰਦਾ। But ਫਿਰ ਵੀ anybody who came to the country with a positive LMIA job offer in agro pilot stream, this can be a golden opportunity for them. And ਜਿਹੜੀ minimum ਵੈਸੇ ਵੀ ਉਹ program itself is very easy as well। ਜਿਹੜਾ federal ਦਾ agro pilot program ਹੈ it is as per the instructions on IRCC's website ਤੁਹਾਨੂੰ 1 ਸਾਲ ਦਾ ਐਕਸਪੀਰੀਅੰਸ ਚਾਹੀਦਾ, ਪਲੱਸ ਤੁਹਾਨੂੰ ਲੈਂਗੁਏਜ ਸਕੋਰ ਚਾਹੀਦੀ ਹੈ ਜਿਹਦੇ ਵਿੱਚ CLB5 ਹੈਗੀ ਹੈ। ਐਂਡ ਜੋ ਤੁਹਾਡੀ ਮਿਨੀਮਮ ਐਜੂਕੇਸ਼ਨ ਰਿਕੁਆਇਰਮੈਂਟ ਹੈ that is a secondary school। ਪੋਸਟ ਸੈਕੰਡਰੀ ਦੀ ਰਿਕੁਆਇਰਮੈਂਟ ਉਹਦੇ ਵਿੱਚ ਇੰਨੀ ਖਾਸ ਕੋਈ ਹੈ ਨਹੀਂ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ anybody who is interested or maybe is planning to, he or she can have an edge provided ਤੁਹਾਡਾ ਜੌਬ ਆਫਰ ਇਸ ਪਾਰਟੀਕੂਲਰ ਤੁਸੀਂ ਇਹ ਚੈੱਕ ਕਰ ਸਕਦੇ ਹੋ ਕਿ ਐਗਰੋ ਪਾਇਲਟ ਸਟਰੀਮ ਦੇ ਅੰਡਰ ਕਿਹੜੀਆਂ ਪਾਰਟੀਕੂਲਰ ਟੀਅਰਸ ਆਉਂਦੀਆਂ ਨੇ। ਐਂਡ ਤੁਸੀਂ ਨਾ ਇਹ ਕੁਝ ਇਨਫੋਰਮੇਸ਼ਨ ਸਾਨੂੰ ਭੇਜਦਿਆ ਕਰੋ, ਅਸੀਂ ਜਿਹੜੀ ਹੈ ਆਪਣੇ ਪ੍ਰੋਗਰਾਮ 'ਚ ਰੈਗੂਲਰਲੀ ਫਲੈਸ਼ ਕਰਦੇ ਰਹਾਂਗੇ ਤਾਂ ਕਿ ਲੋਕ ਇਹਨੂੰ ਦੇਖ ਸਕਦੇ ਆ। ਵੀ ਕੈਨ ਹੈਵ ਏ ਗ੍ਰਾਫਿਕ ਵਿਚ ਪੀਪਲ ਕੈਨ ਐਕਚੁਅਲੀ ਲੁੱਕ ਐਟ। ਜੇ ਸਾਨੂੰ ਤੁਸੀਂ ਪਹਿਲਾਂ ਭੇਜ ਦਿਓ ਤਾਂ ਤੁਹਾਡੇ ਅਸੀਂ ਬ੍ਰੌਡਕਾਸਟ ਦੇ ਨਾਲ ਹੀ ਉਹਨੂੰ ਬਰਾਬਰ ਅਸੀਂ ਸ਼ੋਕੇਸ ਵੀ ਕਰਦੇ ਰਹੀਏ, ਕਿਉਂਕਿ ਵਿਜ਼ੂਅਲ ਕਈ ਵਾਰੀ ਲੋਕਾਂ ਨੂੰ ਬੜੀ ਹੈਲਪ ਮਿਲ ਜਾਂਦੀ ਹੈ। ਮੈਂ ਤੁਹਾਨੂੰ ਦੱਸਣਾ ਚਾਹੂੰਗਾ ਸਾਡੇ ਜਿਹੜੇ ਚੈਨਲ ਦੀ ਬੜੀ ਤਾਰੀਫ ਹੋ ਰਹੀ ਹੈ ਜੀ, ਕੈਲਗਰੀ ਤੋਂ ਵੀ ਸਾਨੂੰ ਚੰਗੀਆਂ ਕਾਲਾਂ ਆਈਆਂ, ਉਹ ਬੜੀ ਸਾਨੂੰ ਵਧਾਈਆਂ ਦਿੱਤੀਆਂ ਗਈਆਂ। ਅਸੀਂ ਹਲੇ ਕਿਸੇ ਨੂੰ ਹੋਰ ਅਪਰੋਚ ਤਾਂ ਨਹੀਂ ਕੀਤਾ ਕਿ ਪਹਿਲਾਂ ਸਾਨੂੰ ਇਹ ਕਿ ਇੱਕ ਵਾਰੀ ਸੈਟਲ ਹੋ ਜਾਈਏ ਪ੍ਰੋਗਰਾਮ 'ਚ, ਵੀ ਤੁਹਾਡੇ ਵਰਗੇ ਸੱਜਣਾਂ ਦੇ ਸਹਿਯੋਗ ਤੋਂ ਬਗੈਰ ਤਾਂ ਸੰਭਵ ਹੋ ਹੀ ਨਹੀਂ ਸਕਦਾ। ਇਸ ਕਰਕੇ ਤੁਹਾਡਾ ਅਸੀਂ ਬਹੁਤ ਸ਼ੁਕਰੀਆ ਅਦਾ ਕਰਨਾ ਚਾਹਾਂਗੇ ਕਿ ਤੁਹਾਡਾ ਇੱਕ ਬੜਾ ਵੱਡਾ ਯੋਗਦਾਨ ਹੈ, ਸਾਡੇ ਪਾਇਓਨੀਅਰ ਹੋ ਤੁਸੀਂ ਇਸ ਪ੍ਰੋਗਰਾਮ ਨੂੰ ਲਾਂਚ ਕਰਨ ਵਾਸਤੇ। Mr. Paul Cheema ji, honestly, it is a pleasure to be a part of this show because ਮੇਰੇ ਖਿਆਲ ਜਿਹੜੀ ਸਾਡੀ ਕੰਸਿਸਟੈਂਸੀ ਜਾਂ ਕਿਸੇ ਦੀ ਵੀ ਕੰਸਿਸਟੈਂਸੀ ਬਣਦੀ ਹੈ ਕਿਸੇ ਪਲੇਟਫਾਰਮ ਦੇ ਨਾਲ ਜੁੜਨ ਦੀ, ਉਹ ਬੇਸਡ ਹੁੰਦੀ ਹੈ ਕਿ ਤੁਸੀਂ ਉਸ ਪ੍ਰੋਗਰਾਮ ਉਹਦੇ ਵਿੱਚ ਤੁਸੀਂ ਕਿਵੇਂ ਦੀ ਆਡੀਅੰਸ ਨੂੰ ਅਟਰੈਕਟ ਕਰਦੇ ਹੋ। ਸੈਕੰਡਲੀ
ਤੁਹਾਡੇ ਜਿਹੜੇ ਸਭ ਤੋਂ ਵੱਡਾ ਰੋਲ ਹੁੰਦਾ ਹੋਸਟ ਦਾ। ਸੋ ਮੇਰੇ ਖਿਆਲ ਨਾਲ ਤੁਸੀਂ ਇੱਕ ਅਮੇਜ਼ਿੰਗ ਹੋਸਟ ਹੈਗੇ ਹੋ, ਜਿਹਦਾ ਕਰਕੇ ਸਾਰੇ ਹੀ PC24 ਦੇ ਜਿੰਨੇ ਵੀ ਗੈਸਟ ਹੈਗੇ ਨੇ, ਇਨਕਲੂਡਿੰਗ ਮੀ ਐਂਡ ਸਰਬਜੀਤ ਲੁੱਧਰ ਐਂਡ sorry, I just have few names on top of my head. ਬਾਕੀ ਤਾਂ ਹਾਲੇ ਵਾਰਿਸ ਸਾਹਿਬ ਆਉਂਦੇ ਆ, ਸੁਰਾ ਸਾਹਿਬ ਆਉਂਦੇ ਆ, ਹੋਰ ਵੀ ਆਉਣ ਨੂੰ ਤਿਆਰ ਬੈਠੇ ਜੀ। ਮੈਂ ਅੱਜ ਕਿਸੇ ਨੂੰ ਦੱਸਿਆ ਜਦੋਂ ਕੱਲ ਮੈਂ, ਉਹ ਕਹਿੰਦੇ ਭਾਜੀ ਸਾਡੀ ਐਡ ਲਾਓ, ਸਾਨੂੰ ਪੈਕੇਜ ਭੇਜ ਦਿਓ। ਸੋ ਸੈਂਡ ਦਮ ਦਾ ਪੈਕੇਜ। ਤੁਹਾਨੂੰ ਇਹ ਸ਼ਾਇਦ ਖਿਆਲ ਨਹੀਂ ਹੈ ਕਿ ਜਦੋਂ ਮੈਂ ਪੋਸਟ ਆਪਣੇ ਗਰੁੱਪ 'ਚ ਲਗਾਈ, PC ਪਾਰਟਨਰ ਦੇ ਗਰੁੱਪ 'ਚ, ਯੂ ਆਰ ਦਾ ਫਸਟ ਪਰਸਨ ਟੂ ਸੇ ਆਈ ਐਮ ਇਨ। ਤੇ ਤੁਸੀਂ ਆਈ ਐਮ ਇਨ ਕੀਤਾ ਨਹੀਂ, ਆਈ ਡਿਡਨਟ ਵੇਟ ਫॉर ਐਨੀਵਨ। ਮੈਂ ਕਾਲ ਕੀਤਾ ਜਿਹੜੇ ਲਾਂਚ ਕਰਦੇ ਆ, ਮੈਂ ਕਿਹਾ ਭਾਈ ਸਾਡਾ ਪ੍ਰੋਗਰਾਮ ਰਨ ਕਰ ਦੇ। ਤੇ ਉਹ ਕਹਿੰਦੇ ਜੀ ਠੀਕ ਹੈ। ਐਂਡ ਵਿਦਿਨ ਫਿਊ ਆਵਰਸ ਵੀ ਵਰ ਅਪ ਐਂਡ ਰਨਿੰਗ। ਮੈਂ ਰਾਤੀ ਅਸੀਂ 11 ਵਜੇ ਤੱਕ ਇਹਦੇ 'ਤੇ ਕੰਮ ਕਰਦੇ ਰਹੇ ਹਾਂ, ਦ ਸੇਮ ਡੇ। Awesome. And I believe me and Sarabjit Luddar, we said yes at the same time. I think she said yes as well. ਉਹ ਥੋੜੇ ਸੈਕਿੰਡ ਲੇਟ ਸੀਗੀ, ਉਹ ਤੁਸੀਂ ਪਹਿਲਾਂ ਸੀ। Yeah, I think I was the first one. So देखो मैं रेस जीत गई, ਹੁਣ ਬਾਕੀ ਚਾਹੇ ਜਿੱਦਾਂ ਮਰਜ਼ੀ ਪਿੱਛੇ ਫੋਲੋ ਕਰ ਰਹੇ, ਮੈਂ I was just on the first part, ਹੈ ਨਾ। ਬਿਲਕੁਲ ਸਹੀ ਗੱਲ ਹੈ ਜੀ। ਮੈਂ ਨਾ ਆਈ ਵਿਲ ਸ਼ੇਅਰ ਸਮ ਇਨਫੋਰਮੇਸ਼ਨ ਵਿਦ ਯੂ। ਤੁਸੀਂ ਜੇ ਕਿਸੇ ਨੇ ਆਪਣੇ ਨੂੰ ਪ੍ਰਮੋਟ ਕਰਨਾ ਸੀ, ਉਹਨਾਂ ਨਾਲ ਸ਼ੇਅਰ ਕਰ ਸਕਦੇ ਹੋ, ਕਿਉਂਕਿ ਮੈਂ ਤੁਹਾਨੂੰ ਐਜ਼ ਮੋਰ ਲਾਈਕ ਪਾਰਟਨਰ ਦੇ ਤਰੀਕੇ ਨਾਲ ਦੇਖਦਾ, ਰਾਦਰ ਦੈਨ ਕਿ ਮੇਰੇ ਸਪੋਂਸਰ ਆ। ਤੁਹਾਡੀ ਸਪੋਰਟ ਜਿਹੜੀ ਆ ਉਹਨੂੰ ਸਲਾਮ ਆ, ਤੁਹਾਡੀ ਕਮਿਟਮੈਂਟ ਨੂੰ ਸਲਾਮ ਆ। ਤੁਸੀਂ ਇਨਫੋਰਮੇਸ਼ਨ ਇਕੱਠੀ ਕਰਕੇ ਲੈ ਕੇ ਆਉਂਦੇ ਹੋ, ਉਹ ਬਹੁਤ ਹੀ ਵਧੀਆ ਕੰਮ ਤੁਸੀਂ ਕਰਦੇ ਹੋ। ਅਦਰਵਾਈਜ਼ ਇਸ ਚੈਨਲ ਦੀ ਕੀ ਅਹਿਮੀਅਤ ਰਹਿ ਜਾਂਦੀ ਹੈ ਜੇ ਤੁਹਾਡੇ ਸਾਰਿਆਂ ਦਾ ਯੋਗਦਾਨ ਸਾਡੇ ਪ੍ਰੋਗਰਾਮ ਦੇ ਨਾਲ ਨਾ ਹੋਵੇ। ਮੈਂ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਇੱਕ, ਕਿ ਜਿਹੜੀ ਰਿਫਿਊਜ਼ਡ ਐਪਲੀਕੇਸ਼ਨਸ ਹੁੰਦੀਆਂ ਨੇ, ਠੀਕ ਹੈ, ਉਹਦੇ 'ਚ ਆਪਣਾ ਕਿੰਨਾ ਕੁ ਆਪਣਾ, ਜੇ ਮੈਂ ਪੁੱਛਾਂ ਕਿ ਤੁਹਾਡੇ ਕੋਲ ਵੀ ਬੰਦੇ ਆਉਂਦੇ ਹੋਣਗੇ ਸਾਡੀ ਐਪਲੀਕੇਸ਼ਨ ਰਿਫਿਊਜ਼ ਹੋ ਗਈ, ਤੁਸੀਂ ਇਹੋ ਜਿਹਾ ਕੇਸ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋਗੇ? ਵਿਦਆਊਟ ਟੇਕਿੰਗ ਐਨੀ ਨੇਮਸ, ਜਸਟ ਨੋਟ ਗੈਟਿੰਗ ਇਨਟੂ ਡਿਟੇਲਸ, ਜਸਟ ਫਰੇਮਵਰਕ, ਤਾਂ ਕਿ ਕਿਸੇ ਨੂੰ ਲੱਗੇ ਯਾਰ ਮੈਂ ਵੀ ਇੱਦਾਂ ਰਿਲੇਟ ਕਰਦਾ ਤੇ ਮੈਂ ਵੀ ਇੱਥੇ ਜਾ ਸਕਦਾ। ਜੀ ਸੋ ਮਿਸਟਰ ਪਾਲ ਚੀਮਾ ਜੀ, ਥੈਂਕ ਯੂ ਸੋ ਮਚ। ਪਹਿਲਾਂ ਤਾਂ ਇੱਕ ਕੁਐਸਚਨ ਐਵੇਂ ਦਾ ਆ ਕਿ ਲਗਭਗ ਮੇਰੇ ਖਿਆਲ ਹਰੇਕ ਕਿਤੇ ਨਾ ਕਿਤੇ, ਮੇਰੇ ਖਿਆਲ ਹਰੇਕ ਐਪਲੀਕੇਸ਼ਨ ਦੇ ਵਿੱਚ ਕੋਈ ਨਾ ਕੋਈ ਕਈ ਵਾਰੀ ਇਹੋ ਜਿਹੀ ਲੂਪ ਹੋਲ ਹੁੰਦੀ ਹੈ। ਅਗਰ ਉਹ ਕਾਉਂਸਲ ਉਸ ਲੂਪ ਨੂੰ ਨਾ ਸਮਝੇ ਤਾਂ ਕਈ ਵਾਰੀ ਇਟ ਕੁਡ ਬੀ ਅ ਰੀਜ਼ਨ ਫॉर ਰਿਫਿਊਜ਼ਲ ਐਜ਼ ਵੈਲ। ਸੋ ਡੈਫੀਨੇਟਲੀ ਮੈਂ ਹੁਣ ਤੱਕ ਜਿੰਨੇ ਵੀ ਮੈਟਰਸ ਨਾਲ ਡੀਲ ਕਰ ਰਹੀ ਹਾਂ, ਟੱਚਵੁੱਡ ਬਾਈ ਗॉड्स ਗ੍ਰੇਸ, ਮੇਰੇ ਖਿਆਲ ਨਾਲ 90 to 95% ਸਕਸੈਸ ਰੇਟ ਮੈਂ ਦੇਖ ਚੁੱਕੀ ਹਾਂ। ਕੁਝ ਮੈਟਰਸ ਦੇ ਵਿੱਚ ਤਾਂ ਐਵੇਂ ਹੁੰਦਾ ਕਿ ਆਪਣੇ ਹੀ ਕਲਾਇੰਟਸ ਨੂੰ ਜੋ ਗਾਈਡ ਕਰੀਦਾ, ਦੇ ਡੋਂਟ ਵਾਂਟ ਟੂ ਲਿਸਨ, ਬਟ ਫਿਰ ਵੀ ਆਈ ਟਰਾਈ ਮਾਈ ਬੈਸਟ ਟੂ ਪੁੱਟ ਇਨ ਮਾਈ ਐਫਰਟਸ। ਐਂਡ ਕਿਉਂਕਿ ਤੁਸੀਂ ਕਿਹਾ ਕਿ ਇੱਕ ਪਰਟੀਕੂਲਰ ਐਗਜ਼ਾਮਪਲ ਮੈਂਸ਼ਨ ਕਰਨ ਵਾਸਤੇ, ਸੋ ਲੈਟ ਮੀ ਕੋਟ ਐਨ ਐਗਜ਼ਾਮਪਲ ਫਰੋਮ ਦਿਸ ਵਾਜ਼, ਮੇਰੇ ਕੋਲ ਇਹ ਮੈਟਰ ਫੈਬ 2023 ਦੇ ਵਿੱਚ ਆਇਆ ਸੀ। ਵੈਰੀ ਬਰੂਟਲ ਇਨ ਦ ਵੇ ਕਿ ਇੱਕ ਖੁਦ ਦੀ practicing RCIC, not even RCIC, I would say she's a law clerk with some law firm. I cannot mention the names. मैंने अपनी real sister दी application की, जिवें तुसी अपनी real sister दी application करो, let's put it this way, तुसी law clerk जी। So to my surprise, ਜਿਹੜਾ ਸਭ ਤੋਂ ਪਹਿਲਾਂ ਤਾਂ ਮੈਂ ਮੈਂਸ਼ਨ ਕਰਦਾ ਕਿ ਜਿਹੜੀ अर्ਲੀ ਚਾਈਲਡਹੁੱਡ, ਜਿਹੜਾ ਨੈਨੀ, ਜਸਟ ਟੂ ਪੁੱਟ ਇਟ ਇਨ ਸਿੰਪਲ ਵਰਡਸ, ਜਿਹੜੀ ਨੈਨੀ ਦੀ ਕਹਿ ਦਿੰਦੇ ਆ PR ਦੀ ਐਪਲੀਕੇਸ਼ਨ ਆ ਵਿਦ ਦ ਸਪਾਂਸਰ। ਸੋ ਵਾਟ ਸ਼ੀ ਡਿਡ, ਐਪਲੀਕੈਂਟ ਨੇ GNM ਕੀਤੀ ਹੋਈ ਆ, ਠੀਕ ਹੈ। ਸੋ GNM ਦੀ ਜਿਹੜੀ ਇਕੁਇਵਲੈਂਸੀ ਆ ਉਹ ਪੋਸਟ ਸੈਕੰਡਰੀ ਐਜੂਕੇਸ਼ਨ ਨਹੀਂ ਮੰਨੀ ਜਾਂਦੀ ਕੈਨੇਡਾ ਦੇ ਵਿੱਚ ਜੀ। ਸੋ BSc ਨਰਸਿੰਗ ਨੂੰ ਡੈਫੀਨੇਟਲੀ 4 ਸਾਲ ਦੀ ਹੁੰਦੀ ਹੈ ਇੰਡੀਆ ਦੇ ਵਿੱਚ। ਉਹਨੂੰ ਪੋਸਟ ਸੈਕੰਡਰੀ ਵੈਸਟ ਦੀ ਅਸੈਸਮੈਂਟ ਵੀ ਜਿਹੜੀ ਆ ਉਹਨੂੰ ਪੋਸਟ ਸੈਕੰਡਰੀ ਦੀ ਇਕੁਇਵਲੈਂਸੀ ਦੇ ਦਿੰਦੀ ਹੈ। ਜਦੋਂ ਤੁਸੀਂ ECA ਰਿਪੋਰਟ ਚੈੱਕ ਕਰੋ ਤਾਂ ਉਹਦੇ ਵਿੱਚ ਇਟਸ ਮੈਂਸ਼ਨਡ, ਵੈਸਟ ਦੀ ਅਸੈਸਮੈਂਟ ਦੇ ਵਿੱਚ ਇਟਸ ਮੈਂਸ਼ਨਡ। ਅੱਛਾ ਜੀ। ਹੁਣ ਕੀ ਹੋਇਆ, ਇਹ ਫੈਕਟਸ ਨੂੰ ਕਿਤੇ ਨਾ ਕਿਤੇ ਉਹ ਇਗਨੋਰ ਕਰ ਗਏ ਐਂਡ ਉਹਨਾਂ ਨੇ ਉਹਨਾਂ ਦੀ ਐਪਲੀਕੇਸ਼ਨ ਲਗਾ ਦਿੱਤੀ ਪਰਮਾਨੈਂਟ ਰੈਜ਼ੀਡੈਂਸੀ ਦੀ ਅੰਡਰ ਸਪੋਰਟ ਵਰਕਰ ਕੈਟੇਗਰੀ। ਹੁਣ ਆਫਟਰ 2 years I would say, 2 ਸਾਲਾਂ ਤੋਂ ਬਾਅਦ she got a ਐਂਡ ਰਿਫਿਊਜ਼ਲ ਆਉਣ ਤੋਂ ਬਾਅਦ ਉਹਨਾਂ ਨੇ ਉਹ ਫੈਡਰਲ ਕੋਰਟ ਦੇ ਵਿੱਚ ਉਹ ਮੈਟਰ ਲੈ ਕੇ ਗਏ, ਬਿਕਾਜ਼ ਉਹ ਅਪੈਰੈਂਟਲੀ ਬਿਕਾਜ਼ ਸ਼ੀ ਵਾਜ਼ ਵਰਕਿੰਗ ਫॉर ਅ ਲਾਅ ਫਰਮ, ਤੇ ਉਹਨਾਂ ਨੇ ਉਹਨੂੰ ਲਿਟੀਗੇਸ਼ਨ ਲਈ ਜਿਹੜਾ ਜੋ ਇਮੀਗ੍ਰੇਸ਼ਨ ਦੇ ਵਿੱਚ ਨੈਕਸਟ ਸਟੈਪ ਰਹਿ ਜਾਂਦਾ, ਜਦੋਂ ਤੁਹਾਡਾ IRCC ਤੋਂ ਮੈਟਰ ਰਿਫਿਊਜ਼ ਹੋ ਜਾਂਦਾ, ਯੂ ਵੁੱਡ ਹੈਵ ਟੂ ਰੀਚ ਆਊਟ ਟੂ ਫੈਡਰਲ।
ਹੁਣ ਲੀਵ ਐਪਲੀਕੇਸ਼ਨ ਫਾਈਲ ਕੀਤੀ ਗਈ, ਪ੍ਰੋਪਰ ਅੱਛਾ ਜੁਡੀਸ਼ੀਅਲ ਰਿਵਿਊ ਦਾ ਪ੍ਰੋਸੈਸ ਇਨੀਸ਼ੀਏਟ ਹੋਇਆ, she got a refusal. So when she came to me, she had no status in the not status in the country, she had just a visitor visa extension. ਉਹ ਵੀ ਉਹਨਾਂ ਦੇ ਹਸਬੈਂਡ ਨੇ ਫਾਰਮ ਲੇਬਰ LMIA based work permit apply ਕੀਤਾ ਹੋਇਆ ਸੀ, and ਕਿਉਂਕਿ ਹਸਬੈਂਡ ਵਾਈਫ ਦੇ good terms ਨਹੀਂ, even ਜਦੋਂ application when I put up the ਮੈਂ ਜਦੋਂ study inside Canada study permit application initiate ਕੀਤੀ, then only I came to know about it कि because husband and wife they're not on good terms, तो ਜਿਹੜੀ ਡਿਪੈਂਡੈਂਟ ਸਟੇ ਆ ਉਹ ਕਿਸੇ ਵੀ ਟਾਈਮ ਤੇ ਕੈਂਸਲ ਹੋ ਸਕਦੀ ਸੀ। ਸੋ ਮੇਰੇ ਖਿਆਲ ਨਾਲ ਉਹ ਲਾਸਟ ਜਿਹੜਾ ਇੱਕ ਲਾਸਟ ਆਪਾਂ ਕਹਿ ਸਕਦੇ ਹਾਂ ਤੁਹਾਡੇ ਕੋਲ ਇੱਕ ਤੁਸੀਂ ਪੁਆਇੰਟ ਤੇ ਆ ਜਾਂਦੇ ਹੋ ਜਿੱਥੇ ਯੂ ਡੋਨਟ ਨੋ what's next in the country, ਕਿਉਂਕਿ ਤੁਹਾਡਾ ਸਟੇਟਸ ਜਿਹੜਾ ਆ ਉਹ ਕਿਸੇ ਵੀ ਟਾਈਮ ਯੂ ਕੈਨ ਐਂਡ ਅਪ ਲੂਜ਼ਿੰਗ ਦ ਸਟੇਟਸ। ਸੋ ਉਸ ਪੁਆਇੰਟ ਦੇ ਉੱਤੇ because I helped her to get the inside Canada study permit, ਉਹਦੇ ਵਿੱਚ ਕਾਫੀ ਮਿਹਨਤ ਕਰਨੀ ਪਈ, ਗਿਵਨ ਉਹਨਾਂ ਦਾ ਪ੍ਰੀ ਰੈਕ ਮੈਨੂੰ ਡਿਸਾਈਡ ਕਰਨਾ ਪਿਆ, ਉਹਨਾਂ ਦਾ ਜਿਹੜਾ ਪ੍ਰੋਗਰਾਮ ਸੀ ਉਹ ਵੀ ਆਪਾਂ ਮਤਲਬ ਇਟ ਵਾਸ ਅਕਿਊਮੂਲੇਟਿਵ, ਕਲਾਇੰਟ ਨੇ ਦੀਆਂ ਸੁਜੈਸ਼ਨਸ ਦੇ ਹਿਸਾਬ ਨਾਲ ਫਿਰ ਮੈਂ ਆਪਣੀਆਂ ਕਾਊਂਟਰ ਸੁਜੈਸ਼ਨਸ ਉਹਨਾਂ ਨੂੰ ਦਿੱਤੀਆਂ, ਐਂਡ ਜਿਹੜੀ SOP ਵੀ ਤਿਆਰ ਹੋਈ ਉਹਦੇ ਵਿੱਚ ਵੀ ਕਿਉਂਕਿ 3-4 ਸਾਲ ਦੀ ਐਜੂਕੇਸ਼ਨ ਦਾ 3-4 ਵੀ ਮੈਂ ਜ਼ਿਆਦਾ ਘੱਟ ਕਹਿ ਦਿੱਤਾ, 5-6 ਸਾਲਾਂ ਦਾ ਐਜੂਕੇਸ਼ਨ ਦਾ ਗੈਪ ਸੀ, 5-6 ਸਾਲ ਦਾ ਐਜੂਕੇਸ਼ਨ ਦਾ ਗੈਪ ਸੀ। ਹਸਬੈਂਡ ਦਾ ਵੀ ਜਿਹੜਾ ਇੱਕ ਪੁਆਇੰਟ ਰੱਖਣਾ ਸੀ, ਆਈ ਵਾਜ਼ਨਟ ਟੂ ਸ਼ੋਰ ਕਿ ਕਿੰਨਾ ਕੁ ਮੈਂਸ਼ਨ ਕਰਾਂ, ਕਿਉਂਕਿ ਉਹਨਾਂ ਦੇ ਹਿਸਾਬ ਨਾਲ ਉਹਨਾਂ ਦਾ ਕਿਸੇ ਵੀ ਟਾਈਮ ਤੇ ਦੇ ਵਰ ਔਨ ਦ ਵਰਜ ਆਫ ਸੈਪਰੇਸ਼ਨ ਐਂਡ ਵਟ ਨਾਟ। ਚਲੋ ਜਦ ਮੈਂ ਐਪਲੀਕੇਸ਼ਨ ਉਹ ਪ੍ਰਪੇਅਰ ਕੀਤੀ, she came to me at least 20 times. So 20 times as in like ਉਹਨਾਂ ਦੇ father ਦੀ call ਆਉਣੀ and she would keep calling, and she because ਉਹਨਾਂ ਨੂੰ ਜ਼ਿਆਦਾ concern client ਨੂੰ ਇਹ ਸੀ ਕਿ ਮੇਰੇ I have a 2 years old daughter. My bad, maybe if she will listen to it she'll be like okay मेरी daughter 2 years ਕਹਿ ਦਿੱਤਾ, I'm not too sure about the age part, probably she is somewhere between 2 to 5. So multiple times so application back and forth ਮੈਂ ਉਹਨਾਂ ਦੀ ਸਿਸਟਰ ਨਾਲ ਵੀ ਰਿਵਿਊ ਕੀਤੀ, ਰਾਈਟ। ਸੋ ਇੱਕ ਪੁਆਇੰਟ ਤੇ ਆ ਕੇ ਮੇਰੀ ਉਹਨਾਂ ਨਾਲ ਡਿਬੇਟ ਵੀ ਹੋਈ ਉਹਨਾਂ ਦੀ ਸਿਸਟਰ ਨਾਲ, ਮੈਂ ਕਿਹਾ ਯੂ نو ਵਾਟ ਇਫ ਯੂ I can understand ਕਿਉਂਕਿ ਤੁਸੀਂ ਲਾ ਕਲਰਕ ਦੇ ਨਾਲ ਗੱਲ ਕਰ ਰਹੇ ਹੋ ਤੇ ਉਹਨਾਂ ਦਾ ਲਾਭ ਵੈਸੇ ਜ਼ਿਆਦਾ ਹੁੰਦਾ। ਨਹੀਂ ਅਗਰ law ਇੰਨਾ ਜ਼ਿਆਦਾ ਆਂਦਾ ਹੁੰਦਾ, sorry not to mention because it's a perception, it's a perception in people's minds। ਜਿਵੇਂ ਸਾਡੀ ਇੰਡਸਟਰੀ 'ਚ ਹੋਮ ਓਨਰ ਕਹਿੰਦੇ ਕਿ ਸਾਨੂੰ ਰੀਅਲ ਸਟੇਟ ਨਾਲੋਂ ਜ਼ਿਆਦਾ ਨੌਲੇਜ ਹੈ, ਪਰ ਜਦੋਂ ਗੱਲ ਕਰੀਏ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਕਿੰਨੀ ਕੁ ਨੌਲੇਜ ਹੈ। ਉਹੀ ਤੁਹਾਡੀ ਸਿਮਿਲਰ ਸਿਚੁਏਸ਼ਨ ਆ ਕਿ ਸਮਝਣਾ ਤੇ ਐਕਚੁਅਲਿਟੀ 'ਚ ਹੋਣਾ ਬਹੁਤ ਵੱਡਾ ਫਰਕ ਹੈ। ਡੈਫੀਨਿਟਲੀ ਸਾਡੀ ਅਸੀਂ SOP ਦੇ ਉੱਤੇ ਹੀ ਮੇਰੇ ਖਿਆਲ 5-10 ਵਾਰੀ ਤਾਂ ਅਸੀਂ ਡਿਬੇਟ ਕੀਤੀ ਹੋਣੀ ਆ, ਕਾਊਂਟਰ ਆਰਗੂਮੈਂਟਸ ਐਂਡ ਵਟ ਨਾਟ। ਫਿਰ what I told her, I said like had it been if you would have kept an open eye initially ਤੇ ਅੱਜ ਜਿਹੜੀ ਸਫਰਿੰਗ ਆ ਇਹਨਾਂ ਦੀ ਨਾ ਹੁੰਦੀ, because I really get profiles ਜਿੱਥੇ ਉਹ ਕਹਿੰਦੇ ਆ ਜੀ ਨੈਨੀ ਦੇ ਵਿੱਚ ਅਪਲਾਈ ਕਰ ਦੋ, ਸਪੋਰਟ ਵਰਕਰ ਦੇ ਵਿੱਚ ਕਿਉਂਕਿ 2 ਕੈਟੇਗਰੀਜ਼ ਆਉਂਦੀਆਂ ਨੇ ਜੀ, ਤੇ ਸੋ I told her ਕਿ ਕਿਤੇ ਨਾ ਕਿਤੇ ਚਲੋ ਐਨੀਵੇਜ਼ the good part is ਕਿ ਜਦੋਂ ਉਹ ਐਪਲੀਕੇਸ਼ਨ even I was pretty hopeless, ਮੈਂ ਖੁਦ ਹੀ ਹੋਪਲੈਸ ਸੀ ਉਹ ਮੈਟਰ ਨੂੰ ਲੈ ਕੇ ਕਿ okay let it be, you know ਜੇ ਅਗਰ ਨਾ ਹੋਇਆ ਤੇ you never know absolutely ਇਹਦਾ ਕਿਉਂਕਿ obvious ਉਹਨਾਂ ਦੀ ਡਿਪੈਂਡੈਂਟ ਸਟੇ ਸਾਨੂੰ ਨਹੀਂ ਸੀ ਪਤਾ ਉਹ ਐਕਸੈਪਟ ਵੀ ਹੋਣੀ ਆ ਜਾਂ ਲਾਈਕ ਯੂ نو ਉਹਨਾਂ ਨੇ ਕੈਂਸਲ ਕਰ ਦੇਣੀ ਆ। ਫਿਰ all of a sudden they came to me after like 2 weeks ਜਿੱਥੇ she came to me, ਮੇਰੇ ਖਿਆਲ ਨਾਲ ਉਹਨਾਂ ਨੂੰ ਫੈਕਟਸ ਹੀ ਨਹੀਂ ਕਲੀਅਰ ਸੀ। She was under an impression that her husband is working in BC as a farm labor, but for some reason you know he never wanted to work for the employer and kuch karar de karaunde she was under an impression ki big dependent stay cancel na ho jaye, and I had to notify IRC at the last moment saying ki okay you know ki ye cheez jehdi hai I do not hold responsibility for her relationship. Yes, I have stated in my application ki she is married, but right now I would have to disclose ki that she is on the verge of legal separation. ਉਹ ਪਹਿਲਾਂ ਹੀ ਕੇਸ ਇਹਨਾਂ ਡੈਲੀਗੇਟ on top of it ਉਹਦੇ ਵਿੱਚ ਜਿਹੜੀਆਂ complications ਆ ਰਹੀਆਂ ਸੀ, nobody knows, but you won't believe I still remember the date, 13th of April. Look at that, and people think they know everything, right? and ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਸ ਕੇਸ ਦੀ ਜਿੱਥੇ ਲੀਗਲ ਕਲਰਕ ਇਨਵੋਲਵਡ ਹੈਗਾ, ਠੀਕ ਹੈ, ਐਂਡ ਕੰਪਲੀਕੇਸ਼ਨ ਤੁਸੀਂ ਕੀਤੀ ਕਿ ਕਿੰਨੀ ਜ਼ਿਆਦਾ ਕੰਪਲੀਕੇਸ਼ਨ ਹੋਈ ਹੈ ਇਹਨੂੰ ਸਿਰੇ ਲਾਉਣ ਲਈ। ਜੇ ਇਹੀ ਬੰਦਾ ਪਹਿਲੀ ਵਾਰੀ ਹੀ ਕਿਸੇ ਰਾਈਟ ਪ੍ਰੋਫੈਸ਼ਨਲ ਕੋਲ ਚਲੇ ਜਾਏ, ਦੈਟਸ ਦ ਪੁਆਇੰਟ ਆਈ ਵਾਂਟ ਟੂ ਸਟ੍ਰੈਸ ਐਕਚੁਅਲੀ,
ਜੇ ਪਹਿਲੇ ਪੁਆਇੰਟ ਦੇ ਉੱਤੇ ਤੁਸੀਂ ਕਿਸੇ ਸਹੀ ਬੰਦੇ ਕੋਲ ਚਲੇ ਜਾਓ ਤੇ ਮੇਰਾ ਖਿਆਲ ਜਿਹੜੀ ਤੁਹਾਨੂੰ ਫਰਸਟ੍ਰੇਸ਼ਨ ਹੈ, ਐਂਬੈਰਸਮੈਂਟ ਆ, ਇੰਨਾ ਲੰਬਾ ਵੇਟਿੰਗ ਟਾਈਮ ਆ, ਉਹ ਸਾਰਾ ਖਤਮ ਹੋ ਸਕਦਾ ਸਿਰਫ ਯੂ ਹੈਵ ਟੂ ਫਾਈਂਡ ਦਾ ਰਾਈਟ ਪਰਸਨ। ਤਾਂ ਇਸ ਕਰਕੇ ਅਸੀਂ ਤਾਂ ਸਟਰੋਂਗਲੀ ਰਿਕਮੈਂਡ ਕਰਦੇ ਹਾਂ ਕਿ ਤੁਹਾਡੇ ਸਾਹਮਣੇ ਬੈਠੇ ਆ, ਇਹਨਾਂ ਨੂੰ ਤੁਸੀਂ ਕਾਲ ਕਰੋ, ਆਪਣਾ ਨੰਬਰ ਦਿਓ ਜੀ ਇੱਕ ਵਾਰੀ ਤੁਸੀਂ ਆਪ ਹੀ। ਮੈਂ ਥੋੜ੍ਹਾ ਜਿਹਾ ਨਾ, ਮੈਂ ਜਿਵੇਂ ਤੁਹਾਨੂੰ ਦੱਸਿਆ, ਮੈਂ ਅੰਨਾ ਜਿਹਾ ਹੋਇਆ ਅੱਜ ਕੱਲ੍ਹ, ਮੈਨੂੰ ਕੁਛ ਦਿਖਦਾ ਕੁਛ ਨਹੀਂ ਦਿਖਦਾ। Gigi. So the best number to reach out is 647-465-8894, or you can always give me a call at my personal number 639-998-1992. I am just one call away. And thank you so much, Mr. Paul Cheema ji, for having me on this platform. Thank you. ਐਨੀ ਟਾਈਮ ਜੀ। ਮੈਂ ਸਿਮਿਲਰ ਮੇਰਾ ਐਕਸਪੀਰੀਅੰਸ ਹੈ ਜੀ, ਕਿਸੇ ਨੇ ਮੌਰਗੇਜ ਦੀ ਐਪਲੀਕੇਸ਼ਨ ਰਨ ਕੀਤੀ ਕਿਸੇ ਦੀ, ਤੇ ਉਹਦੀ ਮੌਰਗੇਜ ਨਹੀਂ ਹੋਈ। ਜਦੋਂ ਮੇਰੇ ਕੋਲ ਆਏ ਐਂਡ ਦੇ ਡਿਡਨਟ ਟੈਲ ਮੀ ਕਿ ਅਸੀਂ ਇਹਦੇ ਨਾਲ ਰਨ ਕੀਤੀ ਹੈ, ਲੈਂਡਿੰਗ ਇੰਸਟੀਟਿਊਸ਼ਨ ਦੇ ਨਾਲ। ਮੇਰੀ ਵੀ ਐਪਲੀਕੇਸ਼ਨ ਸੇਮ ਲੈਂਡਿੰਗ ਇੰਸਟੀਟਿਊਸ਼ਨ ਦੇ ਕੋਲ ਗਈ। ਮੈਨੂੰ ਉਹਦਾ ਫੋਨ ਆ ਗਿਆ ਅੰਡਰ ਰਾਈਟਰ ਦਾ, ਕਹਿੰਦਾ ਇਹ ਨਾ ਐਪਲੀਕੇਸ਼ਨ ਅਸੀਂ 2 ਵਾਰੀ ਰਿਫਿਊਜ਼ ਕੀਤੀ ਹੈ, ਵਾਟਸ ਨਿਊ ਦਿਸ ਟਾਈਮ। ਮੈਂ ਆਈ ਹੈਵ ਜ਼ੀਰੋ ਨੌਲੇਜ ਕਿ ਤੂੰ ਇਹ 2 ਵਾਰੀ ਰਨ ਕੀਤੀ ਹੈ, ਔਰ ਮੈਨੂੰ ਦੱਸੇਗਾ ਕਿ ਤੇਰੇ ਕੋਲ ਐਪਲੀਕੇਸ਼ਨ ਕਿਸ ਤਰ੍ਹਾਂ ਆਈ ਸੀ, ਕਿਸ ਬੇਸਿਸ ਲਈ ਆਈ ਸੀ। ਉਹ ਕਹਿੰਦਾ ਜੀ ਇਹ ਰੀਫਾਈਨੈਂਸਿੰਗ ਲਈ ਆਈ ਸੀ। ਮੈਂ ਬਟ ਦਿਸ ਇਜ਼ ਨੋਟ ਏ ਰੀਫਾਈਨੈਂਸਿੰਗ ਕੇਸ, ਇਹ ਤੇ ਪਰਚੇਜ਼ ਆ, ਰੈਂਟ ਟੂ ਓਨ ਡੀਲ ਆ। ਇਹਦੇ 'ਚ ਜਿਹੜਾ ਬੋਰੋਰ ਹੈਗਾ ਉਹਨੂੰ ਮਕਾਨ ਖਰੀਦਣ ਲਈ ਪੈਸੇ ਚਾਹੀਦੇ। ਦਿਸ ਇਜ਼ ਨੋਟ ਏ ਰੀਫਾਈਨੈਂਸਿੰਗ, ਇਹ ਰੈਂਟ ਟੂ ਓਨ ਦੀ ਫਾਈਲ ਹੈਗੀ ਆ। ਦੈਨ ਇਟ ਵਾਜ਼ ਪਿਕਡ ਅਪ ਐਂਡ ਦੈਨ ਇਟ ਵਾਜ਼ ਅਪਰੂਵਡ ਆਲਸੋ। ਸੋ ਤੁਸੀਂ ਕਿੱਦਾਂ ਉਹਨੂੰ ਪੇਸ਼ ਕਰਦੇ ਹੋ, ਕਿੱਦਾਂ ਗੱਲ ਕਰਦੇ ਹੋ, ਦੈਟ ਮੇਕਸ ਦਾ ਹੋਲ ਡਿਫਰੈਂਸ, ਵਿਚ ਆਈ ਐਮ ਵੈਰੀ ਕੌਨਫੀਡੈਂਟ ਅਬਾਊਟ ਯੂ। ਸੋ ਤੁਹਾਡਾ 647 465 8894 ਇਫ ਆਈ ਰਿਮੈਂਬਰ ਕਰੈਕਟਲੀ। ਇਹਨਾਂ ਨੂੰ ਕਾਲ ਕੀਤੀ ਜਾਏ ਜੀ, ਤੇ ਇਹਨਾਂ ਸਰਵਿਸ ਲਿੱਤੀਆਂ ਜਾਣ। ਇਹ ਸਵੇਰੇ ਸਵੇਰੇ ਆ ਜਾਂਦੇ ਅਰਲੀ ਮਾਰਨਿੰਗ। ਇਹਨਾਂ ਨੂੰ ਤੁਸੀਂ ਮੈਸੇਜ ਭੇਜੋ, ਇਹ ਤੁਹਾਨੂੰ ਰਿਸਪੌਂਡ ਜ਼ਰੂਰ ਕਰਨਗੇ। ਮੇਰੇ ਜਿੰਨੇ ਵੀ ਤੁਹਾਡੇ ਕੋਲ ਬੰਦੇ ਭੇਜੇ ਨਾ ਜੀ, ਦੇ ਗੇਵ ਮੀ 5 stars for you. Thank you so much, Mr. Paul Cheema. Thank you so much. And Anytime. we'll catch up next See Friday. you next Friday. Bye. Okay ji. Thank you. We'll take a quick break. We'll come back with some information on real estate and all other data that we have at our disposal. So stay tuned with us. Don't go anywhere. We are bringing a lot of information for you. Thank you very much. Are you thinking of selling your home? You are covered. From my experience of 14 plus years in the real estate industry, this is what I have come to know. There are 3 major concerns that any home seller would want their realtor to answer. Number 1, how much is their home worth? Number 2, how long will it take to sell their house? And number 3, what will the agent do to make it sell? I have answers to all these questions. To schedule your one-on-one appointment, call me at 647-424-0358. Once again, Paul Cheema, broker with Remax Prime Properties. My phone number to call is 647-424-0358. Call me now and get moving. From a vast experience in immigration industry, this is what I've figured out. Clients want to know if their application is submitted in a timely fashion, what a representative can do to serve best interest of their client. Clients are informed on a regular basis about the progress of their application. We deliver what we promise. My phone number is 647-465-8894, or reach me out at 639-998-1992. Are you thinking of a career change or adding another one to your portfolio? Well, you are thinking right. Call Sarabjit Luddar at 416-879-3039 from Beyond Care Insurance Solutions. She also deals in life, long-term, travel, critical illness, disability insurance. Give her a call today at 416-879-3039. This is what we can tell you. She will always give you the right advice
and help you find out if being an insurance advisor is your piece of cake. Are you looking for a reliable legal office that can handle your closing in the most effective manner? If yes, please get in touch with Rakesh Joshi at 416-213-8600. Joshi Law Office provides all the legal advices about real estate law, business law, immigration laws, notarization and affidavits, wills and trust. Give them a call today, 416-213-8600. ਅਵੰਤਿਆ ਬੜਾ ਖੁਸ਼ ਤੁਰਿਆ ਹੋਣਾ ਕਿ ਲਾਟਰੀ ਲੂਟਰੀ ਲੱਗ ਗਈ ਤੇਰੀ। ਕਾਸ਼ ਇਦਾਂ ਹੀ ਹੁੰਦਾ, ਲਾਟਰੀ ਲੱਗਦੀ। ਵੈਸੇ ਗੱਲ ਤੇ ਲਾਟਰੀ ਵਰਗੀ ਹੈ। ਮੈਂ ਆਪਣੀ ਲਾਈਫ ਦਾ ਬੀਮਾ ਕਰਵਾ ਕੇ ਆਇਆ ਤੇ ਜੇ ਮੈਨੂੰ ਕੁਝ ਹੋ ਗਿਆ ਤੇ ਮੇਰੇ ਪਰਿਵਾਰ ਨੂੰ ਮੇਰੇ ਮਗਰੋਂ ਕੋਈ $1 ਮਿਲੀਅਨ ਮਿਲ ਜਾਊਗਾ। ਉਹ ਅੱਛਾ, ਇਹ ਕਿੱਦਾਂ? ਉਹ ਜੇ ਤੈਨੂੰ ਜਾਣਕਾਰੀ ਚਾਹੀਦੀ ਹੈ ਤਾਂ ਕਮਲਜੀਤ ਬੋਲਾ ਨੂੰ ਸੰਪਰਕ ਕਰ। ਉਹਨਾਂ ਦਾ ਫੋਨ ਨੰਬਰ 647 772 1481। ਹੁਣੇ ਹੀ ਕਰ ਲੈ ਫੋਨ, ਬੈਠੇ ਨੇ, ਨਹੀਂ ਤਾਂ ਮੈਸੇਜ ਜ਼ਰੂਰ ਛੱਡ ਦੇਈਂ। ਉਹ ਬੱਲੇ ਓ ਤੇਰੇ। ਇਸ 24 ਆਰ TV ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਮੇਰਾ ਨਾਮ ਪਾਲ ਚੀਮਾ। ਅਸੀਂ ਹੁਣੇ ਗੱਲ ਕੀਤੀ ਗੁਰਲੀਨ ਔਜਲਾ ਜੀ ਨਾਲ। ਗੁਰਲੀਨ ਔਜਲਾ ਜੀ ਇੱਕ ਬੜੇ ਹੀ ਸਿਆਣੇ ਸੁਲਝੇ ਹੋਏ ਇਮੀਗ੍ਰੇਸ਼ਨ ਕੰਸਲਟੈਂਟ ਹੈਗੇ ਆ, ਜਿਹੜੇ ਕਿ ਆਪਣੀ ਨੌਲੇਜ ਨੂੰ ਬਹੁਤ ਜ਼ਿਆਦਾ ਅਪਡੇਟ ਕਰਕੇ ਰੱਖਦੇ ਆ। ਜਦੋਂ ਤੁਸੀਂ ਕੰਮ ਕਰਨਾ ਚਾਹੋਗੇ ਤਾਂ ਡੈਫੀਨੇਟਲੀ ਤੁਸੀਂ ਇਹ ਕੋਸ਼ਿਸ਼ ਕਰੋਗੇ ਕਿ ਜਿਹਦੇ ਨਾਲ ਵੀ ਕੰਮ ਕਰੀਏ ਉਹ ਬੰਦਾ ਨੌਲੇਜੇਬਲ ਹੋਏ। ਅਤੇ ਇਹ ਜਿੰਨਾ ਕੁ ਅਸੀਂ ਉਹਨਾਂ ਨੂੰ ਜਾਣਦੇ ਹਾਂ, ਉਹਨਾਂ ਨੇ ਤੁਹਾਡੇ ਨਾਲ ਉਹ ਤਾਂ ਕੰਮ ਨਹੀਂ ਕਰਨਾ ਜਦ ਤੱਕ ਉਹਨਾਂ ਨੂੰ ਤਸੱਲੀ ਨਹੀਂ ਗੀ ਹੋ ਜਾਂਦੀ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਠੀਕ ਹੈਗੀ ਆ। ਐਂਡ ਦਿਸ ਇਜ਼ ਅ ਵੈਰੀ ਸਟਰੋਂਗ ਫੈਕਟ ਐਂਡ ਦਿਸ ਇਜ਼ ਵਾਈ she has a very high success rate with immigration. So ਤੁਸੀਂ ਉਹਨਾਂ ਨੂੰ ਕਾਲ ਕਰੋ ਆਪਣਾ 647 465 8894 ਉੱਤੇ ਅਤੇ ਉਹਨਾਂ ਨੂੰ ਦੱਸੋ ਕਿ ਤੁਹਾਡਾ ਸਿਚੁਏਸ਼ਨ ਕੀ ਹੈਗੀ ਹੈ। ਤੁਹਾਡੀ ਫਾਈਲ ਜੇ ਕੋਈ ਰਿਫਿਊਜ਼ ਵੀ ਹੋ ਗਈ ਹੈ, ਤੁਸੀਂ ਉਹਨਾਂ ਨੂੰ ਫਿਰ ਵੀ ਕਾਲ ਕਰ ਸਕਦੇ ਹੋ। ਤੁਸੀਂ ਉਹਨਾਂ ਨੂੰ ਡਿਸਕਸ ਕਰੋ ਕਿ ਸਾਡੀ ਫਾਈਲ ਦਾ ਇਹ ਹਸ਼ਰ ਹੋਇਆ ਅਤੇ ਹੁਣ ਤੁਸੀਂ ਸਾਡੀ ਕਿੱਥੇ ਮਦਦ ਕਰ ਸਕਦੇ ਹੋ। ਐਂਡ ਆਈ ਐਮ ਪ੍ਰੈਟੀ ਕੌਨਫੀਡੈਂਟ ਦੈਟ ਸ਼ੀ ਵਿਲ ਹੈਲਪ ਯੂ ਟੂ ਹਰ ਬੈਸਟ। ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹਾਂਗੇ ਕਿ ਜਿਹੜੀ ਕੰਜ਼ਿਊਮਰ ਸਪੈਂਡਿੰਗ ਦੀ ਸਾਡੇ ਕੋਲ ਆਈ ਹੈ ਇਨਫੋਰਮੇਸ਼ਨ ਕਿ ਕੰਜ਼ਿਊਮਰ ਸਪੈਂਡਿੰਗ ਕਿੱਧਰ ਜਾ ਰਹੀ ਹੈ। ਕੰਜ਼ਿਊਮਰ ਸਪੈਂਡ ਤੁਹਾਨੂੰ ਪਤਾ ਕਿ ਲੋਕੀ ਪੈਸਾ ਖਰਚਦੇ ਆ, ਤੜਾ ਤੜ ਪੈਸਾ ਖਰਚਦੇ ਆ, ਕਿਉਂਕਿ ਦਿਸ ਇਜ਼ ਹਾਊ ਯੂਅਰ ਗ੍ਰੋਸ ਡੋਮੈਸਟਿਕ ਪ੍ਰੋਡਕਟ ਰਾਈਜ਼ਿਸ। ਜਿੰਨੀਆਂ ਸਰਵਿਸਿਜ਼ ਗੁੱਡਸ ਬਾਏ ਕਰੋਗੇ ਉਨੀ GDP ਉੱਪਰ ਚਲੀ ਜਾਂਦੀ ਹੈ। ਉਹਨੂੰ ਕਹਿੰਦੇ ਜੀ ਜਿਹੜੀ ਕੰਟਰੀ ਹੈ ਬੜੀ ਪ੍ਰੋਸਪੈਰਸ ਹੈਗੀ ਹੈ। ਸੋ ਅਸੀਂ ਕੱਲ੍ਹ ਥੋੜ੍ਹੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਇਹ ਕੀ ਹੈਗਾ। ਬੇਸਿਕਲੀ ਜਿਹੜੀ RBC ਨੇ ਕੰਜ਼ਿਊਮਰ ਸਪੈਂਡਿੰਗ ਟਰੈਕਰ ਰਿਪੋਰਟ ਪੇਸ਼ ਕੀਤੀ ਹੈ 12 ਤਰੀਕ ਦੇ ਤੱਕ, ਉਹਦੇ ਹਿਸਾਬ ਨਾਲ ਕਹਿੰਦੇ ਜੀ ਸੈਪਟੰਬਰ ਸਪੈਂਡਿੰਗ ਡਾਟਾ ਇਹ ਸੁਜੈਸਟ ਕਰਦਾ ਕਿ ਕੈਨੇਡੀਅਨ ਜਿਹੜੇ ਹੈਗੇ ਆ ਉਹਨਾਂ ਨੇ ਆਪਣਾ ਢਿੱਡ ਕੱਟਣਾ ਸ਼ੁਰੂ ਕਰ ਦਿੱਤਾ। ਮਤਲਬ ਇਹ ਨਹੀਂ ਕਿ ਚਾਕੂ ਲੈ ਕੇ ਕੱਟਣਾ ਸ਼ੁਰੂ ਕਰ ਦਿੱਤਾ, ਉਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਮਤਲਬ ਜਿਹੜੀ ਫਾਲਤੂ ਦੀਆਂ ਪਰਚੇਜ਼ਿਸ ਕਰਦੇ ਸੀਗੇ ਉਹਦੇ 'ਤੇ ਥੋੜ੍ਹਾ ਜਿਹਾ ਠੱਪੂ ਲਾ ਦਿੱਤਾ। ਉਹਨਾਂ ਨੂੰ ਲੱਗਿਆ ਕਿ ਨਹੀਂ ਬਈ ਹੁਣ ਜਿਹੜੀ ਹੈ ਇਹ ਗੱਲ ਹੱਥੋਂ ਵੱਧ ਗਈ ਹੈ, ਇਸ ਕਰਕੇ ਉਹ ਜਿਹੜੀ ਗੱਲ ਕਰ ਰਹੇ ਆ ਉਹਨਾਂ ਨੇ ਜਿੰਨੀ ਘਟਾ ਸਕਦੇ ਆ ਉਨੀ ਵਿਚਾਰੇ ਆਪਣੀ ਵਿੱਤੀ ਸਮਰੱਥਾ ਦੇ ਮੁਤਾਬਿਕ ਉਹ ਘਟਾ ਰਹੇ ਆ। ਅਤੇ ਕਹਿੰਦੇ ਆ ਕਿ ਜਿਹੜੀ ਨੋਮੀਨਲ ਰਿਟੇਲ ਸੇਲਸ ਐਂਡ ਇਨਫਲੇਸ਼ਨ ਐਡਜਸਟਿਡ ਰਿਟੇਲ ਸਪੈਂਡਿੰਗ ਹੈਗੀ ਆ ਸਵਾ ਆਟੋ ਸੇਲਸ ਨੂੰ ਛੱਡ ਕੇ ਉਹ ਸਾਰੀ ਜਿਹੜੀ ਆ ਡਿਕਲਾਈਨ ਹੋ ਗਈ ਹੈ, ਮਤਲਬ ਉਹ ਥੱਲੇ ਡਿੱਗ ਗਈ ਹੈ। ਅੱਜ ਤੱਕ ਕਹਿੰਦੇ ਆ, ਅੱਜ ਤੱਕ ਦਾ ਮਤਲਬ ਉਹਨੂੰ ਨੋਮੀਨਲ ਕਹਿ ਦਿੰਦੇ ਆ। ਕਹਿੰਦੇ ਸੈਪਟੰਬਰ ਸਪੈਂਡਿੰਗ ਇਜ਼ ਟ੍ਰੈਂਡਿੰਗ ਪੋਜ਼ਿਟਿਵ ਇਨ ਏ ਫਿਊ ਕੈਟੇਗਰੀਜ਼। ਉਹ ਕੈਟੇਗਰੀਜ਼ ਕਿਹੜੀਆਂ ਕਿਹੜੀਆਂ ਹੈਗੀਆਂ ਇਹ ਸਮਝਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਜਿੰਨਾ ਕੁ ਅਸੀਂ ਸਮਝਦੇ ਹਾਂ ਉਹਦੇ 'ਚ ਜਿਹੜੀਆਂ ਮੇਜਰ ਗੱਲਾਂ ਇਹਨਾਂ ਨੇ ਕੋਟ ਕੀਤੀਆਂ ਨੇ ਉਹ ਕੀਤੀਆਂ ਨੇ ਜੀ ਗੈਸੋਲੀਨ ਕੰਜ਼ੰਪਸ਼ਨ। ਦੇਖ ਲਓ ਅੱਜ ਮੈਂ ਗੈਸ ਪਵਾ ਕੇ ਆਇਆ, ਕਾਸਕੋ ਦੇ ਉੱਤੇ ਵੀ 141 ਕੇ 42 ਸੈਂਟ ਮਤਲਬ $1.42 ਕੇ 41 ਸੈਂਟ ਦੀ ਗੈਸ ਵਿਕ ਰਹੀ ਸੀ, ਜਦਕਿ ਬਾਹਰ 143 144 145 ਤੱਕ ਵੀ
ਉਹ ਸੈੱਲ ਹੋ ਰਹੀ ਸੀਗੀ। ਠੀਕ ਹੈ, ਸੋ ਇੱਕ ਤਾਂ ਇਹ ਗੈਸੋਲੀਨ ਜਿਹੜੀ ਹੈ ਉਹਦੇ ਕਰਕੇ ਜਿਹੜੀ ਨੋਮੀਨਲ ਸਪੈਂਡਿੰਗ ਹੈਗੀ ਹੈ ਸੈਪਟੰਬਰ ਦੀ, ਉਹ ਪੋਜ਼ਿਟਿਵ ਸ਼ੋ ਕਰਦੀ ਹੈ। ਜਿਹੜੀ ਬੇਸਲਾਈਨ ਤੋਂ ਉੱਪਰ ਗੱਲ ਕਰਦੇ ਹਾਂ, ਜਿਹੜੀ ਮੋਟਰ ਵਹੀਕਲ ਸੇਲਸ ਹੈਗੀ ਆ ਉਹ ਵੀ ਵਧੀ ਹੋਈ ਹੈ ਪਹਿਲਾਂ ਨਾਲੋਂ। ਗਰੋਸਰੀ ਸਪੈਂਡਿੰਗ ਬਾਰੇ ਤਾਂ ਅਸੀਂ ਗੱਲ ਹੀ ਕੀ ਕਰ ਸਕਦੇ ਹਾਂ, ਗਰੋਸਰੀ ਸਪੈਂਡਿੰਗ ਜਿਹੜੀ ਆ ਉਹ ਇੱਦਾਂ ਹੀ ਆ। ਹੁਣ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਆਹ ਤੁਹਾਡੇ ਸਾਹਮਣੇ ਫੋਟੋ ਅਸੀਂ ਲਾਈ ਆ, ਲੋਕੀ ਬੈਗ ਚੱਕੀ ਜਾਂਦੇ ਆ, ਗਰੋਸਰੀ ਸ਼ਾਪਿੰਗ ਕਰਨ ਚੱਲੇ ਆ, ਅਤੇ ਉਹ ਇੱਥੇ ਜਾ ਕੇ ਰਿਪੋਰਟ ਨਿਕਲਦੀ ਹੈ ਕਿਉਂਕਿ ਇਹਨਾਂ ਨੂੰ ਇੰਨਾ ਡਾਟਾ ਮਿਲਦਾ। ਕਿਉਂਕਿ ਅਸੀਂ ਸਾਰੇ ਜਾਣੇ ਮੋਸਟਲੀ, ਮੈਂ ਜੇ ਕਹਾਂ ਕਿ ਜੀ ਅਸੀਂ 90% ਲੋਕੀ ਕ੍ਰੈਡਿਟ ਕਾਰਡ 'ਤੇ ਪਰਚੇਜ਼ ਕਰਦੇ ਹਾਂ, ਅਤੇ ਮੇਰਾ ਖਿਆਲ ਮੈਂ ਗਲਤ ਨਹੀਂ ਹੋਊਂਗਾ, ਪਰ ਮੇਰਾ ਇੱਕ ਐਸਟੀਮੇਟਡ ਗੈਸ ਹੀ ਹੈ, ਗੈਸ ਹੀ ਐਸਟੀਮੇਟਡ ਕਾਹਦਾ, ਗੈਸ 'ਤੇ ਐਸਟੀਮੇਟਡ ਹੀ ਹੁੰਦਾ। ਸੋ ਗੈਸੋਲੀਨ ਕੰਜ਼ੰਪਸ਼ਨ, ਮੋਟਰ ਵਹੀਕਲ ਸੇਲ, ਗਰੋਸਰੀ ਦੇ ਵਿੱਚ ਜਿਹੜੀ ਹੈ ਅਸੀਂ ਪੋਜ਼ਿਟਿਵ ਸਪੈਂਡਿੰਗ ਕਰ ਰਹੇ ਹਾਂ, ਕਿਉਂਕਿ ਇਹਨਾਂ ਤੋਂ ਬਗੈਰ ਸਾਡਾ ਗੁਜ਼ਾਰਾ ਹੀ ਨਹੀਂ ਹੁੰਦਾ। 10% ਜ਼ਿਆਦਾ ਖਰਚ ਕੀਤਾ ਜਾ ਰਿਹਾ ਜ਼ਰੂਰੀ ਵਸਤਾਂ ਨੂੰ ਖਰੀਦਣ ਵਾਸਤੇ ਇੱਕ ਸਾਲ ਪਹਿਲਾਂ ਦੇ ਨਾਲੋਂ। ਜੇ ਤੁਸੀਂ ਇੱਕ ਸਾਲ ਪਹਿਲਾਂ ਜ਼ਰੂਰੀ ਵਸਤਾਂ ਵਾਸਤੇ ਤੁਸੀਂ ਕਹਿ ਲਓ ਕਿ $100 ਖਰਚ ਰਹੇ ਸੀ, ਅੱਜ ਦੀ ਡੇਟ ਦੇ ਵਿੱਚ $110 ਤੁਸੀਂ ਉੱਥੇ ਖਰਚ ਰਹੇ ਹੋ। ਜਿਹੜੀ ਲੋਕੀ ਰੈਸਟੋਰੈਂਟ ਜਾਂਦੇ ਸੀਗੇ, ਮੈਂ ਵੀ ਦੇਖਿਆ ਹੁਣ ਥੋੜ੍ਹਾ ਰੈਸਟੋਰੈਂਟ ਦੇ ਵਿੱਚ ਵੀ ਨਾ ਰਸ਼ ਘਟਣਾ ਸ਼ੁਰੂ ਹੋ ਗਿਆ। ਪਿਛਲੇ ਮਹੀਨਿਆਂ ਤੋਂ ਜਿਹੜਾ ਇਹਨਾਂ ਦਾ ਟਰੈਕਰ ਰਿਪੋਰਟ ਕੀਤੀ ਹੈ, ਪਿਛਲੇ 2 ਮਹੀਨਿਆਂ ਤੋਂ ਸਤੰਬਰ ਦੇ ਵਿੱਚ ਤੇ ਅਗਸਤ ਦੇ ਵਿੱਚ ਇਹਨਾਂ ਨੂੰ ਦੇਖਣ 'ਚ ਆਇਆ ਕਿ ਜੀ ਰੈਸਟੋਰੈਂਟ ਦੇ ਉੱਤੇ ਲੋਕੀ ਘੱਟ ਖਰਚ ਕਰ ਰਹੇ ਆ, ਕਿਉਂਕਿ ਜਿਹੜੀਆਂ ਮੌਰਗੇਜ ਦੇ ਪੇਮੈਂਟਾਂ ਕਰਕੇ ਉਹਨਾਂ ਦਾ ਖਰਚਾ ਵਧਿਆ, ਉਹਦੇ ਕਰਕੇ ਮਜਬੂਰ ਹੈ ਲੋਕੀ ਘਰ ਦੀ ਦਾਲ ਰੋਟੀ ਖਾਓ। ਦਾਲ ਰੋਟੀ ਖਾਓ ਪ੍ਰਭੂ ਕੇ ਗੁਣ ਗਾਓ, ਦਾਲ ਰੋਟੀ ਖਾਓ ਪ੍ਰਭੂ ਕੇ ਗੁਣ ਗਾਓ। ਇੱਕ ਤੁਹਾਡਾ ਨਾਅਰਾ ਜਿਹੜਾ ਇਹ ਲੱਗ ਜਾਣਾ ਚਾਹੀਦਾ ਕਿ ਜਿਹੜੀ ਟਰੈਵਲ ਦੇ ਉੱਤੇ ਲੋਕੀ ਖਰਚ ਕਰਦੇ ਸੀਗੇ, ਕਿ ਪਹਿਲਾਂ ਸੀਗੇ ਕਿ ਬਾਹਰ ਜਾਂਦੇ ਸੀ ਟਰੈਵਲ ਕਰਨ, ਫਿਰ ਹੋ ਗਿਆ ਕਿ ਵਿਦਿਨ ਕੈਨੇਡਾ ਟਰੈਵਲ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਬਾਹਰ ਦਾ ਟਰੈਵਲ ਬੜਾ ਮਹਿੰਗਾ ਹੋ ਗਿਆ। ਜੇ ਅਸੀਂ ਇੰਡੀਆ ਵੀ ਜਾਈਏ, ਤੁਹਾਨੂੰ ਪਤਾ 3000 ਤੇ ਤਾਂ ਇਕੋਨਮੀ ਦੀ ਟਿਕਟ ਆਉਣੀ ਸ਼ੁਰੂ ਹੋ ਗਈ ਹੈ, 35 ਤੋਂ ਲੈ ਕੇ 4000 ਤੱਕ ਇਕੋਨਮੀ ਦੀ ਆਉਂਦੀ, ਜਿਹੜੀ ਆਪਣੀ ਕਿਹੜੀ ਕਹਿੰਦੇ ਆ ਪ੍ਰੀਮੀਅਮ ਇਕੋਨਮੀ, ਅਤੇ 6000 ਤੋਂ ਉੱਪਰ ਜਿਹੜੀ ਹੈ ਬਿਜ਼ਨਸ ਕਲਾਸ ਦੀ ਟਿਕਟਾਂ, ਫਸਟ ਕਲਾਸ ਦੇ ਤਾਂ ਕਹਿ ਨਹੀਂ ਕਿਹਾ। ਸੋ ਉਹ ਅਗਸਤ ਸਤੰਬਰ ਦੇ ਵਿੱਚ ਜਿਹੜੀ ਟਰੈਵਲ ਐਕਸਪੈਂਡੀਚਰ ਸੀਗਾ ਉਹ ਵੀ ਲੋਕਾਂ ਦਾ ਪਹਿਲਾਂ ਨਾਲੋਂ ਘਟਿਆ, ਇੰਡੀਕੇਟ ਕਰਦਾ ਕਿ ਲੋਕੀ ਕੰਜ਼ਰਵ ਕਰ ਰਹੇ ਆ। ਕਾਸ਼ ਇਹ ਕੰਜ਼ਰਵੇਸ਼ਨ ਥੋੜ੍ਹੀ ਜਿਹੀ ਪਹਿਲਾਂ ਕਰ ਲਿੱਤੀ ਹੁੰਦੀ ਅਤੇ ਥੋੜ੍ਹਾ ਜਿਹਾ ਵਧੀਆ ਹੋ ਜਾਣਾ ਸੀਗਾ। ਕਹਿੰਦੇ ਜਿਵੇਂ ਸਮਰ ਮੁੱਕੀ ਹੈ 2023 ਦੀ, ਉਹਦੀ ਸਪੈਂਡਿੰਗ ਦਾ ਜਿਹੜਾ ਲੋਕਾਂ ਦਾ ਰੁਝਾਨ ਸੀਗਾ, ਉਹ ਜਿਹੜੀ 2023 ਦੀ ਸਮਰ ਸਪੈਂਡਿੰਗ ਦੇ ਉੱਤੇ ਬਲੈਂਕਟ ਜੀ ਪੈਣੀ ਸ਼ੁਰੂ ਹੋਈ ਹੈ, ਲੋਕੀ ਥੋੜ੍ਹਾ ਜਿਹਾ ਪਿੱਛੇ ਹਟਣਾ ਵੀ ਸ਼ੁਰੂ ਹੋ ਗਏ ਆ। ਜਿਹੜਾ ਮੋਮੈਂਟਮ ਸੀ ਕੈਨੇਡੀਅਨ ਦਾ ਕਿ ਚੱਕੋ ਚੱਕੋ ਚੱਕੋ, ਉਹ ਦੇਖਿਆ ਕਿ ਉਹ ਬਹੁਤ ਜ਼ਿਆਦਾ ਘਟਣਾ ਸ਼ੁਰੂ ਹੋ ਗਿਆ ਜਿਉਂ-ਜਿਉਂ ਰੇਟ ਜਿਹੜੇ ਆ ਉਹ ਵੱਧ ਰਹੇ ਆ। ਇਹ ਰਿਪੋਰਟ ਹੈਗੀ ਹੈ ਜੀ ਕੰਜ਼ਿਊਮਰ ਸਪੈਂਡਿੰਗ ਦੀ। ਦੂਸਰੇ ਪਾਸੇ ਇੱਕ ਜਿਹੜੀ ਦੂਜੀ ਰਿਪੋਰਟ ਆਈ ਹੈ, ਉਹ ਰਿਪੋਰਟ ਸਾਨੂੰ ਇਹ ਕਹਿੰਦੀ ਆ ਕਿ ਜਿਹੜੀ ਅਮਰੀਕਾ ਦੇ ਵਿੱਚ ਜਿਹੜੀ CPI ਗਰੋਥ ਹੈਗੀ ਆ, ਉਹ ਥੋੜ੍ਹੀ ਜਿਹੜੀ ਹੈ ਸਪਟੰਬਰ ਦੇ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਗਈ ਹੈ। ਠੀਕ ਹੈ ਜੀ, ਕਹਿੰਦੇ ਸਬਸਟੈਂਸ਼ੀਅਲ ਈਜ਼ਿੰਗ ਇਨ US ਇਨਫਲੇਸ਼ਨਰੀ ਪ੍ਰੈਸ਼ਰਸ ਇਨ ਰੀਸੈਂਟ ਮੰਥਸ ਟੁਕ ਏ ਸਟੈਪ ਬੈਕ ਇਨ ਸਪਟੰਬਰ। ਭਾਵ ਇਹ ਜਿਹੜੀ ਘਟਦੀ ਸੀਗੀ ਪਹਿਲਾਂ, ਉਹ ਹੁਣ ਵਾਪਸ ਉੱਪਰ ਜਾਣੀ ਸ਼ੁਰੂ ਹੋ ਗਈ ਹੈ। ਉਹ ਕਹਿੰਦੇ ਆ ਜੀ ਜਿਹੜਾ ਈਅਰ ਓਵਰ ਈਅਰ ਪ੍ਰਾਈਸ ਗਰੋਥ ਹੋਲਡਿੰਗ is steady at 3.7% rate in line with August, but up from 3.2 in July and 3% in June. ਇਹ ਕਹਿੰਦੇ ਆ slightly above market expectation ਇਹ ਹੈਗੀ ਸੀਗੀ। ਸੋ ਐਨਰਜੀ ਪ੍ਰਾਈਸ ਜਿਹੜੇ ਆ ਉਹਦੀ ਪ੍ਰੋਬਲਮ ਆ। ਐਨਰਜੀ 'ਚ ਕਿਹੜੀਆਂ ਚੀਜ਼ਾਂ ਆਉਂਦੀਆਂ? ਗੈਸੋਲੀਨ ਤੁਹਾਡਾ ਸਭ ਤੋਂ ਵੱਡਾ ਇੱਕ ਕਾਰਨ ਆ। ਇਹ 2% ਵਧਿਆ ਪਿਛਲੇ ਮਹੀਨੇ ਨਾਲੋਂ। ਅਗਸਤ ਤੋਂ ਸਤੰਬਰ ਦੇ ਵਿੱਚ ਕਹਿੰਦੇ ਆ 2% ਗੈਸੋਲੀਨ ਵਧੀ ਆ, ਅਤੇ ਉਹਦੇ ਕਰਕੇ ਕੀ ਹੈ ਕਿ 10.6% ਜੰਪ ਆ ਗਿਆ ਅਗਸਤ ਦੇ ਵਿੱਚ। ਪ੍ਰਾਈਸ ਗਰੋਥ ਫੋਰ ਫੂਡ ਕਹਿੰਦੇ ਆ ਜੀ ਕੰਟੀਨਿਊ ਟੂ ਸਲੋ ਇਨ ਸਪਟੰਬਰ, 3.7% ਪਿਛਲੇ ਸਾਲ ਦੇ ਨਾਲੋਂ, ਅਤੇ ਜਿਹੜੇ 0.3% ਮੰਥ ਓਵਰ ਮੰਥ
ਇਨਕਰੀਜ਼ ਜਿਹੜਾ ਕੋਰ ਪ੍ਰਾਈਸ ਹੋਇਆ ਸੀ ਉਹ ਹਲੇ ਵੀ ਕਹਿੰਦੇ ਆ ਬੜਾ ਵੱਡਾ ਇਨਕਰੀਜ਼ ਹੋਇਆ, ਲਾਰਜਰ ਦੈਨ ਨਾਰਮਲ, ਬਟ ਮੋਰ ਦੈਨ ਹਾਫ ਆਫ ਦਾ ਇਨਕਰੀਜ਼ ਜਿਹੜਾ ਅੱਧੇ ਜ਼ਿਆਦਾ 0.3 ਚ ਇਨਕਰੀਜ਼ ਆਇਆ came from 0.6% surge in bulky owners equivalent rent component। ਜੇ ਮੈਂ ਤੁਹਾਡੇ ਨਾਲ ਇਹਦੀ ਬਾਟਮ ਲਾਈਨ ਦੀ ਗੱਲ ਕਰਾਂ ਕਿ ਸਾਰੇ ਦਾ ਨਿਚੋੜ ਕੇ ਨਿਕਲਿਆ, ਇਹਦੇ ਨਿਚੋੜ ਵਾਲੀ ਗੱਲ ਇਹ ਹੈ ਕਿ ਜਿਹੜੇ ਫੈਡ ਪਾਲਿਸੀ ਮੇਕਰਸ ਹੈਗੇ ਆ ਉਹਨਾਂ ਨੂੰ ਬੜੀ ਚਿੰਤਾ ਹੈ ਕਿ ਇਹ ਰੀਐਕਸਲਰੇਸ਼ਨ ਜਿਹੜੀ ਪ੍ਰਾਈਸ ਗਰੋਥ ਹੋ ਰਹੀ ਹੈ ਵਿਦ ਦਾ ਇਕਨੋਮੀ ਸਟਿਲ ਰਨਿੰਗ ਐਕਸੈਪਸ਼ਨਲੀ ਹਾਰਡ, ਉਹ ਨਹੀਂ ਚਾਹੁੰਦੇ ਇੱਦਾਂ ਦਾ ਕੰਮ ਹੋਵੇ। ਸਤੰਬਰ ਦਾ ਡਾਟਾ ਕਹਿੰਦੇ ਬੜੇ ਕਲੀਅਰਲੀ ਇਹ ਇੰਡੀਕੇਟ ਕਰਦਾ ਕਿ ਜੋ ਵੀ ਡਾਊਨਸਾਈਡ ਸਰਪ੍ਰਾਈਜ਼ਸ ਸੀਗੇ that left a substantially softer than expected broader price growth backdrop over the summer and the upside surprise in the latest month shouldn't be enough to change that broader narrative। ਭਾਈ ਜਿਹੜਾ ਇਹ ਵੱਧ ਗਿਆ ਇਹਨੇ ਸਾਡੀਆਂ ਜਿਹੜੀਆਂ ਪੂਰੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ। ਹੁਣ ਇੱਕ ਸਾਡੇ ਕੋਲ ਚਾਰਟ ਹੈਗਾ ਜਿਹੜਾ ਕਿ ਤੁਹਾਨੂੰ ਕੁਇਕਲੀ ਸ਼ੇਅਰ ਕਰਨਾ ਚਾਹਾਂਗੇ। ਇਹ ਲੇਬਰ ਬੋਰਡ ਦਾ ਬਿਊਰੋ ਆਫ ਲੇਬਰ ਸਟੈਟਿਸਟਿਕ RBC ਇਕਨੋਮਿਕ ਰਿਸਰਚ ਵੱਲੋਂ ਇਹ ਪੇਸ਼ ਕੀਤਾ ਗਿਆ ਹੈ। ਉਹ ਉਸ ਤੁਹਾਡੇ ਨਾਲ ਇੱਕ ਸਕਰੀਨ ਜਿੱਥੇ ਸ਼ੋਅ ਕਰਨਾ ਚਾਹਾਂਗੇ ਰਾਈਟ ਵੇ, ਤੇ ਮੈਨੂੰ ਅੱਧਾ ਕੁ ਸਕਿੰਟ ਦੇ ਦਿਓ। ਇਹ ਜਿਹੜਾ ਚਾਰਟ ਤੁਸੀਂ ਦੇਖ ਰਹੇ ਹੋ ਇਹਦੇ 'ਤੇ ਤੁਹਾਨੂੰ ਸਾਫ਼ ਦਿਖ ਰਿਹਾ ਕਿ ਕਿੱਦਾਂ ਇਹ ਹੈਡਲਾਈਨ CPI ਚੇਂਜ ਹੋ ਰਹੀ ਹੈ। ਜੂਨ ਦੇ ਵਿੱਚ 0.2%, ਜੁਲਾਈ 'ਚ 0.2%, ਅਗਸਤ 0.6%, ਸਤੰਬਰ 'ਚ 0.4%। ਇਹ ਹਾਲੇ ਵੀ ਇਹਨਾਂ ਜੂਨ ਜੁਲਾਈ ਤੋਂ ਉੱਪਰ ਵਧੀ ਹੋਈ ਹੈ। ਫੂਡ ਪ੍ਰਾਈਸ ਜਿਹੜੇ ਆ ਉਹ ਵੀ ਵਧੇ ਜਾ ਰਹੇ ਆ ਹਲਕੇ, ਪਰ ਪਿਛਲੇ ਜੁਲਾਈ ਅਗਸਤ ਤੇ ਸਤੰਬਰ 'ਚ ਟਿਕੇ ਹੋਏ 0.2 ਦੇ ਉੱਤੇ। ਐਨਰਜੀ ਪ੍ਰਾਈਸ ਜਿਹੜੇ ਆ ਦੇਖ ਲਓ 0.6 ਤੋਂ ਅਗਸਤ 5.6 ਗਏ, ਫਿਰ 1.5 ਤੇ ਆਏ। ਕੋਰ CPI ਜਿਹੜੀ ਹੈ 0.3 ਦੇ ਉੱਤੇ ਖੜੀ ਹੈ। ਪਿਛਲੇ ਸਾਲ ਦੇ ਨਾਲੋਂ ਜਿਹੜੇ ਚੇਂਜਸ ਹੈਗੇ ਹੈਡਲਾਈਨ ਇਨਫਲੇਸ਼ਨ ਦੇ ਵਿੱਚ ਉਹ 3.7% ਆਏ ਹੈ ਜੀ ਸਤੰਬਰ ਦੇ ਵਿੱਚ। ਫੂਡ ਪ੍ਰਾਈਸ ਆਇਆ 3.7%, ਐਨਰਜੀ ਪ੍ਰਾਈਸ -0.5%, ਅੱਧਾ % ਡਿੱਗੇ ਆ। ਕੋਰ CPI ਜਿਹੜੀ ਹੈ 4.1% ਵਧੀ ਦਿਖਾਈ ਜਾ ਰਹੀ ਹੈ। ਸੋ ਇਹ ਜਿਹੜਾ ਡੇਟਾ ਹੈਗਾ ਰਾਇਲ ਬੈਂਕ ਆਫ ਕੈਨੇਡਾ ਦੇ ਹਵਾਲੇ ਤੋਂ ਤੁਹਾਡੇ ਨਾਲ ਇਹ ਸਾਂਝਾ ਕੀਤਾ ਜਾ ਰਿਹਾ ਹੈ, ਤੇ ਇਹਦੇ ਬਾਰੇ ਸਾਨੂੰ ਇੰਨਾ ਹੀ ਪਤਾ ਕਿ ਇਹ ਡਾਟਾ ਜਿਹੜਾ ਇਹ ਜਿਹੜੇ ਆ ਬੜਾ ਹਿਸਾਬ ਤਾਂ ਲਗਾ ਕੇ ਤੁਹਾਨੂੰ ਡਾਟਾ ਦਿੰਦੇ ਆ। ਸੋ ਆਈ ਬਿਲੀਵ ਦਿਸ ਇਨਫੋਰਮੇਸ਼ਨ ਇਜ਼ ਵੈਰੀ ਕਰੈਕਟ। ਇਹਦੇ 'ਚ ਕੋਈ ਇਹੋ ਜਿਹੀ ਗੱਲ ਨਹੀਂ ਕਿ ਜਿਹੜੀ ਅਸੀਂ ਕਿ ਜਾਣ ਕੇ ਲਗਾ ਕੇ ਦਿੱਤੀ ਹੈ, ਪਰ ਮਾਰਕੀਟ ਦੇ ਵਿੱਚ ਹਮੇਸ਼ਾ ਹੀ ਇਹ ਬੰਦੇ ਹੈਗੇ ਆ ਜਿਹੜੇ ਇਸ ਚੀਜ਼ ਨੂੰ ਕਹਿੰਦੇ ਆ ਕਿ ਇਹ ਸਾਰਾ ਡਾਟਾ ਜਿਹੜਾ ਇਹ BS ਆ, ਇਹਦਾ ਕੋਈ ਮਾਇਨੇ ਨਹੀਂ ਰੱਖਦਾ, ਇਹ ਪੂਰੀਆਂ ਗੱਲਾਂ ਦੱਸਦੇ ਨੇਗੇ ਕਿਸੇ ਨੂੰ। ਤੋ ਭਾਈ ਇਸ ਤਰ੍ਹਾਂ ਇਹ ਕਹਾਂਗੇ ਕਿ ਉਹ ਵੀ ਠੀਕ ਆ ਤੇ ਤੁਸੀਂ ਵੀ ਠੀਕ ਹੋ, ਗਲਤ ਕੋਈ ਵੀ ਨਹੀਂ ਗੱਲ। ਹੁਣ ਜਿਹੜੀ ਇੱਕ ਰਿਪੋਰਟ ਪਬਲਿਸ਼ ਕੀਤੀ ਗਈ ਹੈ ਕੈਨੇਡੀਅਨ ਮੌਰਗੇਜ ਟ੍ਰੈਂਡਸ ਵੱਲੋਂ, ਉਹ ਕਹਿੰਦੇ ਜਿਹੜੇ ਮਕਾਨਾਂ ਦੀਆਂ ਕੀਮਤਾਂ ਨੂੰ ਡਾਊਨਵਰਡ ਪ੍ਰੈਸ਼ਰ ਬਰਦਾਸ਼ਤ ਕਰਨਾ ਪੈ ਰਿਹਾ। ਡਾਊਨਵਰਡ ਪ੍ਰੈਸ਼ਰ ਦਾ ਮਤਲਬ ਇਹ ਹੈ ਕਿ ਕੀਮਤਾਂ ਜਿਹੜੀਆਂ ਨੇ ਉਹ ਥੱਲੇ ਨੂੰ ਖਿੱਚੀਆਂ ਜਾ ਰਹੀਆਂ, ਠੀਕ ਹੈ। ਉਹਨਾਂ ਨੂੰ ਹੈਡਵਿੰਡ ਪੈ ਰਹੀ ਹੈ, ਉੱਪਰੋਂ ਧੱਕਾ ਲੱਗ ਰਿਹਾ ਥੱਲੇ ਜਾਣ ਲਈ। ਉਹ ਧੱਕਾ ਕੌਣ ਲਗਾ ਰਿਹਾ? ਉਹ ਲਗਾ ਰਿਹਾ ਤੁਹਾਡੇ ਬੈਂਕਾਂ ਦੇ ਰੇਟ। ਉਹ ਕਹਿੰਦੇ ਜਿਹੜਾ ਟ੍ਰੈਂਡ ਆ ਮਕਾਨਾਂ ਦੀਆਂ ਕੀਮਤਾਂ ਡਿੱਗਣ ਦਾ ਤੇ ਗਰੋਇੰਗ ਨੰਬਰ ਆਫ ਲਿਸਟਿੰਗ ਜਿਹੜੀਆਂ ਹੁਣ ਵਧੀ ਜਾ ਰਹੀਆਂ, ਜੇ ਵਿਕਣੀਆਂ ਨਹੀਂ ਗਈਆਂ ਤੇ ਵਧਣੀਆਂ ਹੀ ਆ, ਠੀਕ ਹੈ। ਪਰ ਹਾਲੇ ਵੀ ਕਈ ਪਾਕਟਸ ਹੈਗੀਆਂ ਜਿੱਥੇ ਕਿ ਸੇਲ ਜਿਹੜੀ ਆ ਬੜੀ ਨੋਰਮਲ ਹੋ ਰਹੀ ਹੈ। ਤੁਸੀਂ ਮੈਨੂੰ ਕਾਲ ਕਰ ਲਿਓ, ਹੋ ਸਕਦਾ ਜਿਹੜੇ ਤੁਹਾਡਾ ਨੇਬਰਹੁੱਡ ਆ ਉੱਥੇ ਸਾਰਾ ਕੁਛ ਬਹੁਤ ਸੋਹਣਾ ਚੱਲ ਰਿਹਾ ਐਂਡ ਦੇयर इज़ नो ਇਸ਼ੂਜ਼ ਐਟ ਆਲ, ਕਿਉਂਕਿ ਲੋਕਾਂ ਨੇ ਵੀ ਪਾਕਟਸ ਰੱਖੀਆਂ ਹੋਈਆਂ। ਭਾਈ ਜੇ ਇੱਥੇ ਮਕਾਨ ਨਿਕਲ ਆਇਆ ਨਾ ਤੇ ਮੈਂ ਛੱਡਣਾ ਨਹੀਂ, ਮੈਂ ਰਾਈਟ ਵੇ ਚੱਕ ਲੈਣਾ। ਹੁਣ ਕਈ ਕਹਿੰਦੇ ਸਾਡੀ ਲਾਈਨ 'ਚ 4 ਮਕਾਨ ਲੱਗੇ ਆ, ਵਿਕ ਨਹੀਂ ਰਹੇ। ਉਸ ਲਈ ਨਹੀਂ ਵਿਕ ਰਹੇ ਕਿ ਲੋਕੀ ਜਿਹੜੇ ਹੋਮ ਸੈਲਰ ਹੈਗੇ ਆ ਦੇ ਆਰ ਨੋਟ ਕੀਪਿੰਗ ਅਪ ਵਿਦ ਦਾ ਚੇਂਜਿੰਗ ਟ੍ਰੈਂਡ। ਜੇ ਤੁਸੀਂ ਮਕਾਨ ਸਸਤਾ ਵੇਚਦੇ ਹੋ ਤੇ ਅੱਗੇ ਮਕਾਨ ਸਸਤਾ ਹੀ ਖਰੀਦਦੇ ਹੋ। ਇਹ ਇੱਕ ਪੈਰਲਲ ਯੂਨੀਵਰਸ ਬਣੇ ਹੀ ਰਹਿਣਾ। ਇਹ ਤਾਂ ਹੈ ਨਹੀਂ ਕਿ ਜਿਹੜਾ ਤੁਸੀਂ ਮਕਾਨ ਖਰੀਦਣਾ ਉਹ ਤੁਹਾਨੂੰ ਮਹਿੰਗਾ ਮਿਲਣਾ, ਠੀਕ ਹੈ। ਹੋ ਸਕਦਾ ਜੀ ਤੁਸੀਂ ਅੱਜ ਤੋਂ 2 ਸਾਲ ਪਹਿਲਾਂ ਮਕਾਨ ਖਰੀਦਦੇ, ਉਹ ਮਕਾਨ ਤੁਹਾਨੂੰ ਕਹਿ ਲਓ 2.5 ਮਿਲੀਅਨ ਦਾ ਪੈਂਦਾ, ਅੱਜ ਉਹੀ ਮਕਾਨ 1.9 ਮਿਲੀਅਨ ਦਾ ਪੈ ਰਿਹਾ। ਜੇ ਤੁਹਾਡੇ ਕੋਲ ਟਾਊਨ ਹੋਮ ਹੈਗਾ, 2 ਸਾਲ ਪਹਿਲਾਂ ਵੀ 11 ਲੱਖ ਦਾ ਵਿਕਦਾ ਸੀਗਾ ਤੇ ਅੱਜ ਜੇ 9.5 ਲੱਖ ਦਾ ਵਿਕਦਾ,
ਤੁਹਾਡਾ ਡ੍ਰੌਪ ਘੱਟ ਆ, ਦੂਜੇ ਪਾਸੇ ਗੇਨ ਜ਼ਿਆਦਾ, ਉੱਥੇ ਤੁਹਾਨੂੰ ਬੈਨੀਫਿਟ ਜ਼ਿਆਦਾ। ਪਰ ਜਦੋਂ ਕੀਮਤਾਂ ਚੇਂਜ ਹੋਣੀਆਂ ਉਹਦਾ ਮਕਾਨ ਦਾ ਪ੍ਰਾਈਸ ਜਿਹੜਾ ਫਿਰ ਉੱਥੇ ਚਲੇ ਜਾਣਾ ਵਾਪਸ, ਜਦ ਕਿ ਤੁਹਾਡੇ ਜਿਹੜੇ ਸਟਾਰਟਰ ਹੋਮ ਆ ਉਹਨਾਂ 'ਚ ਇੰਨਾ ਫਰਕ ਨਹੀਂ ਪੈਣਾ। ਲੋਕੀ ਕਹਿੰਦੇ ਉੱਪਰਲਾ ਮਕਾਨ ਲੈ ਲਓ, ਜਦੋਂ ਰੇਟ ਘਟਦੇ ਆ ਲੋਕੀ ਛਾਲਾਂ ਮਾਰ ਕੇ ਅਗਲੇ ਵੱਡੇ ਮਕਾਨ ਲੈਣ ਦੀ ਕੋਸ਼ਿਸ਼ ਕਰਦੇ ਆ। ਜਦੋਂ ਰੇਟ ਘਟਦੇ ਆ ਫਿਰ ਅਗਲੇ ਕਹਿੰਦੇ ਯਾਰ ਜਿਹੜਾ ਮਿਲਦਾ ਉਹੀ ਲੈ ਲੈ। ਕਹਿੰਦੇ ਸੀਜ਼ਨਲੀ ਜੇ ਐਡਜਸਟ ਕਰੀਏ ਮੀਨਸ ਪਿਛਲੇ ਮਹੀਨੇ ਤੋਂ ਲੈ ਕੇ ਸਤੰਬਰ 'ਚ ਦੇਖੀਏ, ਜੇ ਆਪਾਂ ਅਗਸਤ ਤੋਂ ਸਤੰਬਰ 'ਚ ਚੇਂਜ ਦੇਖੀਏ 1.9% ਜਿਹੜੀਆਂ ਨੇ ਜਿਹੜੀਆਂ ਟ੍ਰਾਂਜੈਕਸ਼ਨ ਘਟੀਆਂ ਸੇਲਾਂ ਦੀਆਂ, 1.9% ਟ੍ਰਾਂਜੈਕਸ਼ਨ ਘਟ ਗਈਆਂ। ਅਤੇ ਜਿਹਦੇ ਕਰਕੇ ਲੋਕੀ ਹੁਣ ਇਹਨੂੰ ਕੋਈ ਜੀ ਬੜਾ ਵੱਡਾ ਘਾਟਾ ਪੈ ਗਿਆ, ਮੈਂ ਇਹਨੂੰ ਐਡਾ ਵੱਡਾ ਨਹੀਂ ਸੋਚਦਾ। ਐਕਟਿਵ ਲਿਸਟਿੰਗ ਜਿਹੜੀਆਂ ਨੇ ਉਹ 3.7% ਵਧੀਆਂ, ਉਹ ਐਡੇ ਵੱਡੇ ਨੰਬਰ ਨਹੀਂ ਗਏ ਹੈਗੇ। ਇਹ ਅੰਡਰਸਟੂਡ ਆ ਕਿਉਂਕਿ ਬੈਂਕ ਨਹੀਂ ਦੇ ਰਹੇ ਪੈਸਾ ਲੋਕਾਂ ਨੂੰ, ਤੇ ਬੈਂਕ ਪੈਸਾ ਨਹੀਂ ਦੇ ਰਹੇ, ਤੁਸੀਂ ਕਿੱਥੋਂ ਖਰੀਦੋਗੇ? ਠੀਕ ਹੈ ਨਾ ਜੀ। ਤੇ ਇਸ ਕਰਕੇ ਚੀਜ਼ਾਂ ਹੋਲਡ 'ਤੇ ਆਈਆਂ ਹੋਈਆਂ, ਤੇ ਲੋਕਾਂ ਨੂੰ ਅਪਵਰਡ ਪ੍ਰੈਸ਼ਰ ਪੈ ਰਿਹਾ, ਉਹਨਾਂ ਨੂੰ ਦਿੱਕਤ ਹੋ ਰਹੀ ਹੈ ਕੁਆਲੀਫਾਈ ਕਰਨ ਦੇ। 9% ਦੇ ਉੱਤੇ ਰੇਟ ਆਫ ਕੁਆਲੀਫਿਕੇਸ਼ਨ ਲੱਗ ਰਿਹਾ, ਕਿੱਦਾਂ ਕਰ ਸਕਦੇ ਆ? ਕੈਨੇਡੀਅਨ ਰੀਅਲ ਐਸਟੇਟ ਐਸੋਸੀਏਸ਼ਨ ਵੱਲੋਂ ਜਿਹੜਾ ਉਹਨਾਂ ਨੇ ਡਾਟਾ ਦਿੱਤਾ, ਕਹਿੰਦੇ ਔਨ ਐਨ ਐਨੂਅਲ ਬੇਸਿਸ ਸੇਲਸ ਰਿਮੇਨਡ ਅਪ ਬਾਈ 1.9%। ਦੇਖੋ ਜੀ, ਅਗਸਤ ਤੋਂ ਸਤੰਬਰ ਵੀ 1.9 ਡਿੱਗੀਆਂ, ਪਰ ਨੈਸ਼ਨਲ ਲੈਵਲ 'ਤੇ ਇਹ 1.9% ਵਧੀਆਂ। ਠੀਕ ਹੈ। ਜਿਹੜੇ ਡਿਕਲਾਈਨ ਜ਼ਿਆਦਾ ਹੋਏ ਆ ਉਹ ਹੋਏ ਆ ਬ੍ਰਿਟਿਸ਼ ਕੋਲੰਬੀਆ, ਜਿੱਥੇ ਕਿ 9.5% ਮਾਰਕੀਟ ਦੇ ਵਿੱਚ ਗਿਰਾਵਟ ਆਈ ਹੈ। ਪ੍ਰਿੰਸ ਐਡਵਰਡ ਆਈਲੈਂਡ ਜਿੱਥੇ ਕਿ 9% ਗਿਰਾਵਟ ਆਈ ਹੈ। ਓਨਟਾਰੀਓ ਦੇ ਵਿੱਚ ਸਿਰਫ 6.1% ਗਿਰਾਵਟ ਆਈ ਹੈ। ਅਲਬਰਟਾ ਦੇ ਵਿੱਚ 2.7% ਸੇਲਾਂ ਉੱਪਰ ਚਲੀਆਂ ਗਈਆਂ, ਤੇ ਨਿਊ ਬਰੰਜ਼ਵਿਕ ਦੇ ਵਿੱਚ ਤੁਸੀਂ ਹੈਰਾਨ ਹੋ ਜਾਣਾ, ਤਕਰੀਬਨ 14% ਸੇਲਾਂ ਜਾ ਵੱਜੀਆਂ ਉੱਪਰ ਪਿਛਲੇ ਸਾਲ ਨਾਲੋਂ। ਤੇ ਹੋਰ ਵੱਡੀ ਗੱਲ ਚੱਕੋ, ਨਿਊ ਫਾਊਂਡਲੈਂਡ ਤੇ ਲੇਬਰਾਡੋਰ ਦੇ ਵਿੱਚ ਤਕਰੀਬਨ 18% ਦੇ ਕੋਲ ਵਾਧਾ ਹੋਇਆ ਸੇਲਾਂ ਦੇ ਵਿੱਚ। ਲੋਕੀ ਮੇਰੇ ਹਿਸਾਬ ਨਾਲ ਮਹਿੰਗੇ ਇਲਾਕਿਆਂ 'ਚੋਂ ਨਿਕਲ ਕੇ ਸਸਤੇ ਇਲਾਕਿਆਂ ਜਾ ਰਹੇ ਆ, ਉਹਨਾਂ ਦੀ ਲਾਟਰੀ ਲੱਗ ਗਈ, ਜਦ ਕਿ ਅਸੀਂ ਇੱਥੇ ਸੰਘਰਸ਼ ਕਰ ਰਹੇ ਹਾਂ ਕਿ ਸਾਡੀਆਂ ਮਕਾਨਾਂ ਦੀਆਂ ਕੀਮਤਾਂ ਜਿਹੜੀਆਂ ਉਹ ਪੂਰੀਆਂ ਆ ਨਹੀਂ ਰਹੀਆਂ ਸਾਨੂੰ। ਦਿਸ ਇਜ਼ ਵੇਅਰ ਵੀ ਆਰ ਐਟ ਦਿਸ ਪੁਆਇੰਟ। ਇਹ ਮਾਰਕੀਟ ਦੀ ਜਿਹੜੀ ਰਿਪੋਰਟ ਹੈਗੀ ਆ ਸਾਡੇ ਕੋਲ ਕੈਨੇਡੀਅਨ ਮੌਰਗੇਜ ਟ੍ਰੈਂਡ ਦੇ ਹਵਾਲੇ ਨਾਲ ਅਸੀਂ ਪੇਸ਼ ਕਰਦੇ ਹਾਂ। ਇਹ ਜਿਹੜੇ ਆਪਣੇ ਸ਼ੌਨ ਕੈਥਕਾਰਡ ਨੇ ਜੀ, ਕੈਨੇਡੀਅਨ ਰੀਅਲ estate ਐਸੋਸੀਏਸ਼ਨ ਦੇ ਸੀਨੀਅਰ ਇਕੋਨੋਮਿਸਟ, ਉਹ ਕਹਿੰਦੇ ਕਿ ਰੀਸੇਲ ਹਾਊਸਿੰਗ ਮਾਰਕੀਟ ਜਿਹੜੀ ਹੈ ਉਹ ਪ੍ਰੀਟੀ ਮਚ ਜਿਹੜੀ ਆ ਉਹ ਸੈਟਲ ਹੋ ਗਈ। ਠੀਕ ਹੈ, ਜਿੱਥੇ ਆ ਗਈ ਸੋ ਆ ਗਈ, ਹੁਣ ਵਧੀ ਘਟੀ ਕੋਈ ਏਡੀ ਵੱਡੀ ਗੱਲ ਨਹੀਂ ਗਈ। ਤੇ ਇਹ ਕਿਉਂਕਿ ਬੜੀ ਜਲਦੀ ਕਹਿੰਦੇ ਸੈਟਲ ਹੋ ਗਈ ਆ ਆਫਟਰ ਦਾ ਸਪ੍ਰਿੰਗਸ ਬਰੀਫ ਐਂਡ ਸਮਵਟ ਸਰਪ੍ਰਾਈਜ਼ਿੰਗ ਰੀਬਾਊਂਡ ਇਨ ਸੇਲਸ ਐਂਡ ਪ੍ਰਾਈਸਿਸ। ਹਾਲੇ ਵੀ ਰੇਟ ਘਟੇ ਆ, ਮਤਲਬ ਘਟੇ ਨਹੀਂ, ਵਧੇ ਵੀ ਨਹੀਂ ਗਏ, ਹੋਲਡ 'ਤੇ ਆ। 5% ਜਿਹੜਾ ਪੋਲਿਸੀ ਰੇਟ ਆ 5% 'ਤੇ ਬ੍ਰੇਕ ਲਾ ਕੇ ਖੜੇ ਆ। ਠੀਕ ਹੈ, ਤੇ ਉਮੀਦ ਕੀਤੀ ਜਾਂਦੀ ਹੈ ਕਿ ਸ਼ਾਇਦ ਇੰਨਾ ਕੁ ਚਾਂਸ ਕਿ 25 ਬੇਸਿਸ ਪੁਆਇੰਟ ਹੋਰ ਵੱਧ ਜਾਏ। 25 ਤਰੀਕ ਨੂੰ ਇਸ ਮਹੀਨੇ ਅਨਾਊਂਸਮੈਂਟ ਕੀਤੀ ਜਾਣੀ ਹੈ ਇਹ ਅੱਗੇ ਬੈਂਕ ਆਫ ਕੈਨੇਡਾ ਕੀ ਕਰਦਾ। ਪਰ ਜਿਹੜੇ ਇਕੋਨੋਮਿਸਟ ਹੈਗੇ ਆ ਉਹ ਡਿਵਾਈਡਡ ਹੈ 50-50। ਉਹ ਕਹਿੰਦੇ ਯਾਰ ਨਹੀਂ, ਕੁਛ ਨਹੀਂ ਹੋਣਾ, ਫਿਕਰ ਨਾ ਕਰੋ, ਇਹ ਜਿੱਥੇ ਹੈਗੀ ਉੱਥੇ ਰਹਿਣੀ ਹੈ। ਮੈਂ ਤਾਂ ਉਮੀਦ ਕਰਦਾ ਕਿ ਇਹ ਬੈਂਕ ਥੋੜ੍ਹਾ ਜਿਹਾ ਲੋਕਾਂ ਨੂੰ ਬ੍ਰੇਕ ਦੇ ਦੇਵੇ, 50% ਘਟਾ ਦੇਵੇ, 50 ਬੇਸਿਸ ਪੁਆਇੰਟ ਘਟਾ ਦੇ 0.5। ਮੈਂ ਕਹਿੰਦਾ ਬੱਲੇ ਬੱਲੇ ਆ। ਇਹਨੇ ਚੱਕੇ ਵੀ ਤਾਂ 1% ਸੀਗੇ ਨਾ, 75 ਬੇਸਿਸ ਪੁਆਇੰਟ ਚੱਕੇ ਨਾਲ, 3 ਅਨਾਊਂਸਮੈਂਟਾਂ ਦਾ ਰੇਟ ਇੱਕੋ 'ਚ ਚੇਪ ਦਿੱਤਾ ਇਹਨਾਂ ਨੇ। ਇਸ ਕਰਕੇ ਇਹਨਾਂ ਨੂੰ ਕਰਨਾ ਚਾਹੀਦਾ। ਜਿਹੜਾ ਐਗਰੀਗੇਟ ਕੰਪੋਜ਼ਿਟ ਬੈਂਚਮਾਰਕ ਪ੍ਰਾਈਸ ਹੈਗਾ ਉਹ ਵੀ ਥੋੜ੍ਹਾ ਜਿਹਾ ਥੱਲੇ ਨੂੰ ਟਿਲਟ ਹੋਇਆ, ਪਰ ਜ਼ਿਆਦਾ ਨਹੀਂ ਡਿੱਗੇ। ਕੀ ਕਰੋਗੇ ਜੇ ਤੁਸੀਂ ਅੱਜ ਦੇ ਦੌਰ ਦੇ ਵਿੱਚ ਆਪਣਾ ਮਕਾਨ ਵੇਚਣਾ ਹੋਵੇ? ਕੀ ਤੁਹਾਡੇ ਦਿਮਾਗ 'ਚ ਸਟ੍ਰੈਟਜੀ ਹੈਗੀ ਆ? ਤੋ ਅਸੀਂ ਇਹੋ ਜਿਹੀ ਅਸੀਂ ਇਹੋ ਜਿਹੀ ਮਾਰਕੀਟਿੰਗ ਕਰਦੇ ਹਾਂ ਆਪਣੀ ਲਿਸਟਿੰਗ ਦੀ ਕਿ ਕਿਸੇ ਵੀ ਮਾਰਕੀਟ ਦੇ ਵਿੱਚ ਤੁਹਾਨੂੰ ਵਧੀਆ ਤੋਂ ਵਧੀਆ ਪ੍ਰਾਈਜ਼ ਮਿਲ ਸਕਦਾ। ਠੀਕ ਹੈ, ਇਟ ਆਲ ਡਿਪੈਂਡਸ ਹਾਊ ਯੂ ਵਰਕ ਇਨ ਦਿਸ ਮਾਰਕੀਟ। ਇੱਕ ਫੋਰ ਸੇਲ ਦਾ ਸਾਈਨ ਲਗਾ ਕੇ ਅੱਜ ਕੱਲ੍ਹ ਸੇਲਾਂ ਨਹੀਂ ਹੁੰਦੀਆਂ, ਲਿਸਟਿੰਗਾਂ ਜਿਹੜੀਆਂ ਐਕਸਪਾਇਰ ਹੁੰਦੀਆਂ, ਡੇਲੀ ਐਕਸਪਾਇਰ ਹੁੰਦੀਆਂ ਲਿਸਟਿੰਗਾਂ। ਨਹੀਂ, ਕਿਉਂ?
ਇੱਕ ਜੋ ਟੈਕਨੀਕ ਜਿਹੜੀ ਹੈ 2017 'ਚ ਕੰਮ ਕਰਦੀ ਸੀ, ਕਿ ਹਲੇ ਕਿੱਲਾ ਗੱਡਿਆ ਨਹੀਂ ਤੇ 10 ਬਾਇਰ ਬਾਹਰ ਖੜੇ ਹੁੰਦੇ ਸੀਗੇ, ਅੱਜ ਉਹ ਨਹੀਂ ਹੈਗਾ। ਯੂ ਹੈਵ ਟੂ find buyers, you have to find the right segment where to promote your listing। ਇਹਦੇ ਲਈ ਤੁਹਾਡਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ। ਹੁਣ ਜੇ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਬਰਫ਼ ਕਿਹਨੂੰ ਵੇਚੋਗੇ, ਜਿਹਨੂੰ ਬਰਫ਼ ਦੀ ਲੋੜ ਹੈ। ਤੁਸੀਂ ਮਕਾਨ ਕਿਹਨੂੰ ਵੇਚੋਗੇ, ਜਿਹਨੂੰ ਮਕਾਨ ਦੀ ਜ਼ਰੂਰਤ ਹੈ। ਤੁਸੀਂ ਵੱਡਾ ਮਕਾਨ ਕਿਹਨੂੰ ਵੇਚੋਗੇ, ਜਿਹਨੂੰ ਮਕਾਨ ਦੀ ਜ਼ਰੂਰਤ ਹੈ। ਸੋ ਅਨਫੋਰਚੁਨੇਟਲੀ ਸਾਡੀ ਜਿਹੜੀ ਇਹ ਇੱਕ ਭੇਡ ਚਾਲ ਆ, ਉਹ ਜ਼ਿਆਦਾਤਰ ਉਸੇ ਸੈਗਮੈਂਟ ਨੂੰ ਫੋਕਸ ਕਰਦੀ ਹੈ ਜਿੱਥੇ ਮਕਾਨ ਆਲਰੇਡੀ ਲਿਸਟ ਹੋਇਆ। ਜੇ ਸਾਰੇ ਮਕਾਨ ਇੱਕੋ ਜਿਹੇ ਹੈਗੇ ਆ ਤਾਂ ਕੌਣ ਭਾਈ ਤੁਹਾਡੇ ਮਕਾਨ 'ਚ ਇੰਟਰਸਟ ਲਵੇਗਾ? ਇਜ਼ ਇਟ ਸੈਲਫ ਮਾਰਕੀਟਿੰਗ ਔਰ ਇਟ ਇਜ਼ ਮਾਰਕੀਟਿੰਗ ਫੋਰ ਦੀ ਪ੍ਰੋਪਰਟੀ? ਦਿਸ ਹੈਜ਼ ਟੂ ਬੀ ਨੋਟਡ ਡਾਊਨ ਵੈਰੀ ਕਲੀਅਰਲੀ ਐਂਡ ਅਬਜ਼ਰਵਡ ਵਿਦ ਕੇਅਰ। ਸੋ ਸਾਡੇ ਨਾਲ ਤੁਸੀਂ ਗੱਲ ਕਰੋ। ਆਈ ਹੈਵ 18 point listing plan of action that is capable of delivering you the best possible price in any market condition। market ਜਿੱਥੇ ਹੈ ਉੱਥੇ ਰਹਿੰਦੇ ਹੋ, we can work a better solution for that। ਕਾਲ ਕਰ ਲਿਓ ਮੈਨੂੰ 647 333 2273 ਤੇ ਤੁਸੀਂ ਮੈਨੂੰ ਕਾਲ ਜੇ ਕਰਨੀ ਚਾਹੋ ਤੇ ਮੈਨੂੰ ਤੁਸੀਂ ਆਪਣਾ ਮੇਰਾ ਦੂਸਰਾ ਨੰਬਰ ਹੈਗਾ, ਮੈਂ ਤੁਹਾਡੇ ਨਾਲ ਸ਼ੇਅਰ ਹੀ ਕਰਨ ਲੱਗਾ ਨੰਬਰ ਐਜ਼ ਵੀ ਸਪੀਕ। ਤੁਸੀਂ ਮੈਨੂੰ ਇਸ ਨੰਬਰ 'ਤੇ ਵੀ ਰੀਚ ਕਰ ਸਕਦੇ ਹੋ 647 333 2273 647 424 0358। ਇਸ ਵਕਤ ਸਾਡਾ ਜਿਹੜਾ ਲਾਈਵ ਪ੍ਰੋਗਰਾਮ ਦਾ ਟਾਈਮ ਹੋ ਗਿਆ ਜੀ। ਅਸੀਂ ਆਗਿਆ ਲੈਣੀ ਚਾਹਾਂਗੇ ਤੁਹਾਡੇ ਕੋਲੋਂ ਆਪਣੇ ਪ੍ਰੋਗਰਾਮ ਦੀ, ਪਰ ਹਮੇਸ਼ਾ ਇਸ ਤਰ੍ਹਾਂ ਜਾਣ ਤੋਂ ਪਹਿਲਾਂ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਉਹਨਾਂ ਦੇ ਦੁੱਖ 'ਚ ਜ਼ਰੂਰ ਸ਼ਰੀਕ ਹੁੰਦੇ ਹਾਂ ਜਿਨ੍ਹਾਂ ਨੇ ਆਪਣੇ ਪਰਿਵਾਰ ਦਾ ਕੋਈ ਸੱਜਣ ਅੱਜ ਦੇ ਦਿਨ ਗਵਾ ਲਿਆ ਜੀ। ਪਰਮਾਤਮਾ ਉਹਨਾਂ ਨੂੰ ਤਾਕਤ ਬਖਸ਼ੇ ਕਿ ਉਹ ਇਸ ਸਦਮੇ ਤੋਂ ਉੱਪਰ ਉੱਭਰ ਸਕਣ। ਤੇ ਅਸੀਂ ਇਹ ਵੀ ਦੁਆ ਕਰਾਂਗੇ ਕਿ ਜਿਹੜੀ ਰੂਹ ਵਿਛੜ ਗਈ ਹੈ ਉਹਨੂੰ ਪਰਮਾਤਮਾ ਆਪਣੇ ਚਰਨੀ ਰੱਖੇ, ਆਵਾਗਮਨ ਦੇ ਚੱਕਰ ਤੋਂ ਮੁਕਤ ਰੱਖੇ। ਦੇਖਦੇ ਰਹੋ PC24 RETV। ਤੁਹਾਡੀਆਂ ਸਲਾਹਾਂ, ਤੁਹਾਡੇ ਕੁਝ ਕੰਸਰਨ ਜਿਹੜੇ ਹੈਗੇ ਆ, ਸਾਨੂੰ ਉਹਨਾਂ ਦਾ ਇੰਤਜ਼ਾਰ ਰਹੂਗਾ। ਸਾਨੂੰ ਕਾਲ ਕਰਨਾ ਹੋਏ ਕਰ ਸਕਦੇ ਹੋ 6478001518 ਦੇ ਉੱਤੇ। ਜਿਸ ਨੂੰ ਟੈਕਸਟ ਕਰਕੇ ਆਪਣਾ ਸਵਾਲ ਭੇਜਣਾ ਚਾਹੋ, WhatsApp ਕਰਨਾ ਚਾਹੋ 647 333 2273 ਦੇ, ਜਾਂ ਤੁਸੀਂ ਸਾਨੂੰ ਕਿਸੇ ਵੀ ਪਲੇਟਫਾਰਮ ਤੋਂ ਜਿੱਥੇ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਉੱਥੋਂ ਤੁਹਾਨੂੰ ਰੀਚ ਆਊਟ ਕਰ ਸਕਦੇ ਹੋ। ਅਸੀਂ ਬੜੀ ਜਲਦੀ ਆਪਣੇ ਫੋਨਾਂ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਾਂਗੇ। ਰੱਬ ਰੱਖਾ। ਸਤਿ ਸ੍ਰੀ ਅਕਾਲ। कबीर हर का सिमरन जो करे, वाहिगुरु सो सुखिया संसार। इत उत कतह न डोलई, जिस राखे सिरजनहार। गुरु जी।
ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਗੁਰੂ ਮੰਤਰ ਹੈ ਜਪ ਹੋਣੇ ਕੋਈ। ਸਤਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ, ਸਾਨੂੰ ਸਾਰਿਆਂ ਨੂੰ ਰਲ ਕਰਕੇ ਮਿਲ ਕਰਕੇ ਸਤਸੰਗਤ ਕਰਨ ਦਾ ਸੁਭਾਗ ਬਖਸ਼ਿਸ਼ ਸਮਾਂ ਕੀਤਾ।